ਹੈਲੋ। ਸੋ ਤੁਹਾਡੇ ਆਪਣੇ ਚੈਨਲ ਤੇ ਤੁਹਾਡਾ ਸਾਰਿਆਂ ਦਾ ਫਿਰ ਤੋਂ ਬਹੁਤ-ਬਹੁਤ ਸਵਾਗਤ ਹੈ। ਜਿਵੇਂ ਕਿ ਤੁਹਾਨੂੰ ਪਤਾ ਹੈ ਕਿ ਆਪਾਂ ਨੇ ਕੰਪਿਊਟਰ ਦੀ ਇੱਕ ਸੀਰੀਜ਼ ਸ਼ੁਰੂ ਕਰ ਰੱਖੀ ਹੈ, ਜਿਹਦੇ ਵਿੱਚ ਮੈंने ਕੀ ਕਿਹਾ ਤੁਹਾਨੂੰ ਕਿ ਪਟਵਾਰੀ ਦਾ ਸਾਰਾ ਸਿਲੇਬਸ ਮੈਂ ਤੁਹਾਨੂੰ ਕਵਰ ਕਰਾਉਂਗਾ। ਲਗਭਗ ਅੱਜ 10 ਤਰੀਕ ਹੋ ਚੁੱਕੀ, ਇਹ ਵੀਡੀਓ ਤੁਹਾਨੂੰ ਅੱਜ ਹੀ ਅਪਲੋਡ ਮਿਲ ਜੂਗੀ। ਅੱਜ ਇਸ ਵੀਡੀਓ ਦਾ ਪਾਰਟ 7ਵਾਂ ਹੋਣ ਵਾਲਾ ਹੈ, ਜਿਹਦੇ ਵਿੱਚ ਆਪਾਂ ਕੀ ਕਰਾਂਗੇ, ਪਾਵਰ ਪੁਆਇੰਟ ਨੂੰ ਡਿਸਕਸ ਕਰਾਂਗੇ। ਇਹ ਤੋਂ ਬਾਅਦ ਸਿਰਫ ਤੁਹਾਡਾ ਇੱਕ ਟੌਪਿਕ ਰਹਿ ਜਾਊਗਾ, ਇੰਟਰਨੈਟ ਤੇ ਨੈਟਵਰਕ। ਠੀਕ ਹੈ, ਅਗਲੀਆਂ 2 ਜਾਂ 3 ਵੀਡੀਓਜ਼ ਦੇ ਵਿੱਚ ਉਹ ਵੀ ਹੋ ਜਾਊਗਾ। ਕੁੱਲ ਮਿਲਾ ਕੇ ਤੁਹਾਡੇ 14 ਦੇ ਪੇਪਰ ਤੋਂ ਪਹਿਲਾਂ ਮੈਂ ਕੋਸ਼ਿਸ਼ ਕਰੂੰਗਾ ਸਾਰੇ ਦੇ ਸਾਰੇ ਤੁਹਾਨੂੰ ਕਰਵਾਵਾ। ਮੋਸਟ ਇੰਪੋਰਟੈਂਟ ਸੀਰੀਜ਼ ਹੈ ਇਹ, ਇਹਨੂੰ ਸਾਰੇ ਜਾਣੇ ਜਿੰਨੇ ਵੀ ਇਹਨੂੰ ਦੇਖ ਰਹੇ ਹੋ ਪੂਰੀ ਰੀਝ ਨਾਲ ਦੇਖੋ। ਇਹਦੇ ਵਿੱਚੋਂ ਹੀ ਕੁਐਸਚਨ ਬਣਨਗੇ। ਸਪੈਸ਼ਲ ਜੋ ਅੱਜ ਰਹੂਗਾ MS ਪਾਵਰ ਪੁਆਇੰਟ ਦੇ ਉੱਤੇ, ਇਹਦੇ ਵਿੱਚ ਪੇਪਰ ਚੋਂ ਬਹੁਤ ਕੁਐਸਚਨ ਬਣਦਾ, ਸੋ ਇਹਨੂੰ ਸਕਿਪ ਨਾ ਕਰਿਓ। ਠੀਕ ਹੈ ਜੀ। ਸੋ ਇਹ ਸਾਰਾ ਕੁਝ ਆਪਾਂ ਕਰ ਚੁੱਕੇ। ਜਿਹਨੂੰ PDF ਚਾਹੀਦੀ ਆ ਉਹ ਸਾਨੂੰ ਮੈਸੇਜ ਕਰ ਸਕਦਾ, ਅਸੀਂ ਉਹਨੂੰ PDF ਪ੍ਰੋਵਾਈਡ ਕਰਾ ਦਾਂਗੇ। ਡਿਸਕ੍ਰਿਪਸ਼ਨ ਦੇ ਵਿੱਚ ਸਾਡਾ ਨੰਬਰ ਹੈ, ਸਾਨੂੰ ਕੰਟੈਕਟ ਕਿਸੇ ਵੇਲੇ ਵੀ ਤੁਸੀਂ ਕਰ ਸਕਦੇ। ਠੀਕ ਹੈ ਜੀ। ਆ ਸਾਰਾ ਕੁਝ ਆਪਾਂ ਕਰ ਚੁੱਕੇ, ਇਹਦੀ ਵੀਡੀਓ ਨੂੰ ਜਰੂਰ ਦੇਖ ਲਿਓ। ਸੋ ਅੱਜ ਆਪਣੇ ਕੋਲੇ ਕੀ ਆਊਗਾ, ਸਭ ਤੋਂ ਪਹਿਲਾਂ ਆਪਣੇ ਕੋਲੇ ਕੀ ਹੈ, MS ਪਾਵਰ ਪੁਆਇੰਟ। MS ਪਾਵਰ ਪੁਆਇੰਟ ਦੀ ਫੁੱਲ ਫਾਰਮ ਕੀ ਹੁੰਦੀ ਹੈ, ਜੇ ਮੈਂ ਗੱਲ ਕਰਾਂ, ਮਾਈਕਰੋਸੌਫਟ ਪਾਵਰ ਪੁਆਇੰਟ। ਠੀਕ ਹੈ ਜੀ। ਸੋ ਇਹ ਕੀ ਹੈ, ਇੱਕ ਐਪਲੀਕੇਸ਼ਨ ਸੌਫਟਵੇਅਰ ਹੈ। ਇਹ ਮੈਂ ਤੁਹਾਨੂੰ ਦੱਸ ਚੁੱਕਿਆ ਐਪਲੀਕੇਸ਼ਨ ਸੌਫਟਵੇਅਰ ਕੀ ਹੁੰਦਾ, ਜੋ ਯੂਜ਼ਰ ਦੇ ਕੰਮ ਆਉਂਦਾ। ਕੈਨ ਕ੍ਰੀਏਟ ਪ੍ਰੋਫੈਸ਼ਨਲ ਲੁਕਿੰਗ ਵਿਜ਼ੂਅਲ ਐਡਸ ਇਜ਼ ਕਾਲਡ ਪ੍ਰੈਜੈਂਟੇਸ਼ਨ ਗ੍ਰਾਫਿਕ ਸੌਫਟਵੇਅਰ। ਠੀਕ ਹੈ, ਇਹਨੂੰ ਪ੍ਰੈਜੈਂਟੇਸ਼ਨ ਗ੍ਰਾਫਿਕ ਸੌਫਟਵੇਅਰ ਵੀ ਕਹਿੰਦੇ ਨੇ। ਕਿਉਂ? ਕਿਉਂਕਿ ਇਹ ਜ਼ਿਆਦਾਤਰ ਵਿਜ਼ੂਅਲ ਨਾਲ ਕੀ ਕਰਦਾ, ਛੇੜਛਾੜ ਕਰਦਾ। ਵਿਜ਼ੂਅਲ ਦਾ ਮਤਲਬ ਕੀ ਹੈ, ਜਿਵੇਂ ਮੈਂ ਤੁਹਾਨੂੰ ਕਹਾ, ਜੋ ਵਰਡ ਪ੍ਰੋਸੈਸਿੰਗ ਸੀ ਉਹ ਮੇਨਲੀ ਕਿਹਦੇ ਨਾਲ ਕੰਮ ਕਰਦਾ ਸੀ, ਵਰਡ ਤੇ ਕੰਮ ਕਰਦਾ ਸੀ। ਪਰ ਇਹ ਵਿਜ਼ੂਅਲ ਦੇ ਨਾਲ, ਮਤਲਬ ਜਿਵੇਂ ਫੋਟੋਜ਼ ਜਾਂ ਵੀਡੀਓਜ਼ ਦੇ ਨਾਲ ਕੰਮ ਕਰਦਾ। ਜੇ ਮੈਂ ਗੱਲ ਕਰਾਂ ਤਾਂ ਇਹਦੇ ਵਿੱਚ ਲਗਭਗ 80% ਕੰਮ ਸਪੀਕਰ ਦਾ ਹੁੰਦਾ, ਜੋ ਬੋਲ ਰਿਹਾ ਹੁੰਦਾ, ਤੇ 20% ਕੰਮ ਕਿਹਦਾ ਹੁੰਦਾ, ਆਪਣੇ ਕੋਲੇ ਜਿਹੜੀ ਆਪਣੇ ਕੋਲੇ ਚੱਲ ਰਹੀ ਹੁੰਦੀ ਹੈ PPT ਕਹਿੰਦੇ ਨੇ ਸ਼ਾਰਟ ਫਾਰਮ ਤੇ ਪਾਵਰ ਪੁਆਇੰਟ ਨੂੰ, ਉਹਦਾ ਹੁੰਦਾ। ਠੀਕ ਹੈ ਜੀ। The presentation software is used for creating the slides and to display the information in the form of presentation of slides। ਤਾਂ ਇਹਦੇ ਵਿੱਚ ਕੀ ਬਣਦੇ ਨੇ, ਡਿਫਰੈਂਟ ਸਲਾਈਡਸ ਬਣਦੇ ਨੇ। ਜਿਵੇਂ ਉਹਦੇ ਵਿੱਚ ਡਿਫਰੈਂਟ ਕੀ ਬਣਦੀ, ਪੇजेस ਬਣਦੇ ਸੀਗੇ, ਇਹਦੇ ਵਿੱਚ ਡਿਫਰੈਂਟ ਸਲਾਈਡਸ ਬਣਦੀਆਂ ਨੇ। ਠੀਕ ਹੈ ਜੀ। ਇਹ ਜਿਵੇਂ ਦੇਖੋ 1987 ਤੋਂ 88 ਤੱਕ ਸੀਗਾ, 88 ਤੋਂ 90 ਤੱਕ, ਐਂ ਕਰਕੇ ਇਹਦਾ ਕੀ ਹੁੰਦਾ ਰਿਹਾ, ਐਵੋਲੂਸ਼ਨ ਹੁੰਦਾ ਰਿਹਾ MS ਪਾਵਰ ਪੁਆਇੰਟ ਦਾ। ਪ੍ਰੈਜੈਂਟੇਸ਼ਨ ਸੌਫਟਵੇਅਰ ਪ੍ਰੋਵਾਈਡ ਦਾ ਟੂਲਸ। ਇਹਦੇ ਵਿੱਚ ਟੂਲ ਕਿਹੜੇ ਹੁੰਦੇ ਨੇ, ਐਡੀਟਰ ਐਡਿਟ ਕਰਨ ਲਈ, ਦੈਟ ਅਲਾਓ ਇੰਸਰਸ਼ਨ ਐਂਡ ਫਾਰਮੈਟਿੰਗ ਆਫ ਦਾ ਟੈਕਸਟ ਦੀ ਫਾਰਮੈਟਿੰਗ ਕਰਨ ਦੇ ਲਈ, ਐਂਡ ਮੈਥਡ ਆਫ ਇਨਸਰਟਿੰਗ ਦਾ ਮੈਨੂਪੂਲੇਟਿੰਗ ਗ੍ਰਾਫਿਕਸ ਮਤਲਬ ਜਿਹੜੀਆਂ ਫੋਟੋਜ਼ ਵਗੈਰਾ ਨੇ ਉਹ ਕਿਵੇਂ ਆਉਣਗੀਆਂ ਸਕਰੀਨ ਦੇ ਉੱਤੇ, ਕਿਵੇਂ ਉਹ ਦਿਖਣਗੀਆਂ, ਉਹ ਸਾਰਾ ਕੁਝ ਇਹੀ ਕੀ ਕਰਦਾ, ਆਪਣੇ ਕੋਲੇ ਸਹੀ ਕਰਦਾ। ਠੀਕ ਹੈ, ਆਪਣੇ ਕੋਲੇ ਇਹੀ ਕੰਮ ਕਰਦਾ ਹੈ। ਸੋ ਇਹਦੇ ਵਿੱਚ ਜਿਹੜੀ ਵੀ ਇਮੇਜ ਆ ਉਹ ਕਿਹਦੇ ਨਾਲ ਆਉਂਦੀ ਆ, ਸਾਊਂਡ ਤੇ ਵਿਜ਼ੂਅਲ ਇਫੈਕਟ ਆਪਾਂ ਉਹਦੇ ਵਿੱਚ ਲਗਾ ਸਕਦੇ ਹਾਂ। ਇਹ ਡਿਵੈਲਪ ਕਿਹਨੇ ਕੀਤਾ ਸੀ, ਰੌਬਰਟ ਗਾਸਾਕਿਨ ਤੇ ਡੈਨਿਸ ਆਸਟਿਨ ਨੇ ਇਹ ਕੀਤਾ ਸੀਗਾ ਜੀ, ਖੋਜ ਕੀਤੀ ਸੀ। ਇਨੀਸ਼ੀਅਲ ਨੇਮ ਇਹਦਾ ਕੀ ਸੀ, ਪ੍ਰੈਜ਼ੈਂਟਰ ਸੀਗਾ, ਤੇ ਅੱਜ ਕੱਲ ਆਪਾਂ ਇਹਨੂੰ ਕੀ ਕਹਿੰਦੇ ਆ, ਪਾਵਰ ਪੁਆਇੰਟ ਕਹਿ ਦਿੰਦੇ ਆ। ਇਹਨੂੰ ਇੱਕ ਮਲਟੀਮੀਡੀਆ ਸੌਫਟਵੇਅਰ ਵੀ ਕਹਿੰਦੇ ਨੇ। ਮਲਟੀਮੀਡੀਆ ਕਿਉਂ ਕਹਿੰਦੇ ਨੇ, ਕਿਉਂਕਿ ਤੁਸੀਂ ਇਹਦੇ ਵਿੱਚ ਆਡੀਓ ਵੀਡੀਓ ਫਾਈਲਸ ਵੀ ਜ਼ਿਆਦਾਤਰ ਯੂਜ਼ ਕਰ ਸਕਦੇ ਹੋ। ਠੀਕ ਹੈ ਜੀ। ਟੂ ਸਟਾਰਟ ਦਾ MS ਪਾਵਰ ਪੁਆਇੰਟ ਆਪਾਂ ਸੌਫਟਵੇਅਰ ਵੀ ਨੀਡ ਟੂ, ਠੀਕ ਹੈ, ਸੌਰੀ, MS ਪਾਵਰ ਪੁਆਇੰਟ ਜਿਹੜਾ ਸੌਫਟਵੇਅਰ ਹੈ ਉਹਨੂੰ ਆਪਾਂ ਸਟਾਰਟ ਕਰਨ ਲਈ ਆਪਾਂ ਕੀ ਯੂਜ਼ ਕਰਦੇ ਆ, ਪਹਿਲਾਂ ਸਟਾਰਟ ਬਟਨ ਦੇ ਉੱਤੇ ਜਾਓ, ਆਲ ਪ੍ਰੋਗਰਾਮ ਦੇ ਉੱਤੇ, MS ਆਫਿਸ ਦੇ ਉੱਤੇ, ਉਹ ਤੋਂ ਬਾਅਦ MS ਆਫਿਸ ਪਾਵਰ ਪੁਆਇੰਟ 2007 ਜਾਂ 2019 ਤੁਹਾਡੇ ਕੋਲ ਜਿਹੜਾ ਹੀ ਵਰਜ਼ਨ ਹੈ ਉਹਦੇ ਵਿੱਚ ਜਾ ਕੇ ਤੁਸੀਂ ਇਹਨੂੰ ਓਪਨ ਕਰ ਸਕਦੇ ਹੋ, ਜਾਂ ਫਿਰ ਰਨ। ਅਜੋ ਰਨ ਕਰਾਂਗੇ ਆਪਾਂ, ਰਨ ਦੇ ਉੱਤੇ ਆਹ ਡਾਇਲੌਗ ਬਾਕਸ ਖੁੱਲੂਗਾ, ਇਹਦੇ ਉੱਤੇ ਆਪਾਂ ਕੀ ਲਿਖਾਂਗੇ, ਪਾਵਰ PNT। ਮੋਸਟ ਇੰਪੋਰਟੈਂਟ ਕੁਐਸਚਨ ਕਿ ਆਪਾਂ ਨੂੰ ਕਿਹੜੀ ਕਮਾਂਡ ਦੇਣੀ ਪੈਂਦੀ ਹੈ, ਪਾਵਰ PNT। ਇਹਦੇ ਨਾਲ ਵੀ ਆਪਣਾ ਕੀ ਹੋ ਜਾਊਗਾ, ਓਪਨ ਹੋ ਜਾਊਗਾ। ਠੀਕ ਹੈ ਜੀ, ਪਾਵਰ ਪੁਆਇੰਟ। ਅੱਗੇ ਕੀ ਆ, ਪਾਵਰ ਪੁਆਇੰਟ ਦੇ ਸਭ ਤੋਂ ਪਹਿਲਾਂ ਆਉਂਦੇ ਨੇ ਕਿੰਨੇ ਵਿਊਜ਼ ਹੁੰਦੇ ਨੇ, ਵਿਊ ਦਾ ਮਤਲਬ ਦੇਖਣ ਦਾ ਤਰੀਕਾ। ਠੀਕ ਹੈ, ਤਾਂ ਪਾਵਰ ਪੁਆਇੰਟ ਦੇ ਵਿੱਚ ਹੁੰਦੇ ਨੇ ਨਾਰਮਲ ਵਿਊ, ਸਲਾਈਡ ਰੋਸਟਰ ਵਿਊ, ਨੋਟ ਪੇਜ ਵਿਊ। ਠੀਕ ਹੈ ਜੀ, 2 ਹੋਰ ਹੁੰਦੇ ਨੇ, ਉਹ ਅੱਗੇ ਆਣਗੇ। ਦੇਖੋ ਜਿਵੇਂ ਕਿ ਨਾਰਮਲ ਵਿਊ ਹੁੰਦਾ, ਜਿਹਦੇ ਵਿੱਚ ਆਪਾਂ ਨਾਰਮਲੀ ਕੰਮ ਕਰਦੇ ਹਾਂ। ਠੀਕ ਹੈ, ਜਿਹਦੇ ਵਿੱਚ ਆਪਾਂ ਨਾਰਮਲੀ ਕੰਮ ਕਰਦੇ ਹਾਂ। ਦੇਖੋ ਇੱਥੇ ਸਲਾਈਡਸ ਪਈਆਂ ਹੁੰਦੀਆਂ ਨੇ, ਇੱਥੇ ਮੇਨ ਸਲਾਈਡ ਹੁੰਦੀ ਹੈ ਜਿਹਦੇ ਉੱਤੇ ਆਪਾਂ ਕੀ ਕਰ ਰਹੇ ਹੁੰਦੇ ਆ, ਕੰਮ ਕਰ ਰਹੇ ਹੁੰਦੇ ਆ। ਦੇਖੋ ਦਿਸ ਇਜ਼ ਦਾ ਮੇਨ ਐਡੀਟਿੰਗ ਵਿਊ, ਜਿਹਦੇ ਵਿੱਚ ਆਪਾਂ ਰਾਈਟ ਕਰਦੇ ਹਾਂ, ਡਿਜ਼ਾਈਨ ਕਰਦੇ ਹਾਂ ਆਪਣੀ ਪ੍ਰੈਜੈਂਟੇਸ਼ਨ ਨੂੰ, ਜਾਂ ਐਕਚੁਅਲ ਸਕਰੀਨ ਵਿਦ ਡਿਸਪਲੇ ਆਪਾਂ ਇਹਨੂੰ ਕਹਿ ਸਕਦੇ ਹਾਂ। ਸਲਾਈਡ ਸ਼ਾਰਟਰ ਵਿਊ ਕੀ ਹੁੰਦਾ, ਸਲਾਈਡ ਸ਼ਾਰਟਰ ਵਿਊ ਕੀ ਹੁੰਦਾ, ਇਟ ਪ੍ਰੋਵਾਈਡ ਅ ਵਿਊ ਆਫ ਸਲਾਈਡਸ ਇਨ ਦਾ ਥੰਬਨੇਲ। ਜਿਵੇਂ ਕਿ ਆ ਸਲਾਈਡ ਸ਼ਾਰਟਰ ਵਿਊ ਹੈ। ਠੀਕ ਹੈ, ਇਹਦੇ ਵਿੱਚ ਸਾਰੀਆਂ ਜਿਹੜੀਆਂ ਸਲਾਈਡਸ ਨੇ ਉਹ ਤੁਹਾਨੂੰ ਦਿਖ ਜਾਂਦੇ ਨੇ। ਕੋਈ ਸਲਾਈਡ ਅੱਗੇ ਪਿੱਛੇ ਕਰਨੀ ਹੈ, ਕਿਸੇ ਦੇ ਟਾਈਮਿੰਗ ਲਾਉਣੀ ਹੈ, ਐਨੀਮੇਸ਼ਨ ਲਾਉਣੀ ਹੈ, ਟ੍ਰਾਂਜੀਸ਼ਨ ਲਾਉਣੀ ਹੈ, ਉਹ ਸਾਰਾ ਇਹਦੇ ਵਿੱਚ ਹੀ ਹੁੰਦਾ। ਤਾਂ ਸਲਾਈਡਸ ਇਨ ਥੰਬਨੇਲ ਫਾਰਮ ਦੇ ਵਿੱਚ ਹੁੰਦੀਆਂ ਨੇ। ਦਿਸ ਵਿਊ ਮੇਕਸ ਈਜ਼ੀ ਟੂ ਸੌਰਟ ਐਂਡ ਆਰਗੇਨਾਈਜ਼। ਸੌਰਟ ਦਾ ਮਤਲਬ ਅਸੈਂਡਿੰਗ ਆਰਡਰ, ਡਿਸੈਂਡਿੰਗ ਆਰਡਰ, ਅੱਗੇ ਪਿੱਛੇ ਕਰਨੀ ਹੈ, ਉਹ ਸਾਰਾ ਕੁਝ। The sequence of the slides at the same time of creating presentation। ਠੀਕ ਹੈ ਜੀ, ਵੀ ਉਦੋਂ ਆਪਾਂ ਕਰ ਸਕਦੇ ਹਾਂ ਕਿਹਦੇ ਵਿੱਚ, ਸਲਾਈਡ ਸ਼ਾਰਟਰ ਵਿਊ ਦੇ ਵਿੱਚ। at that time preparing presentation for printing। ਜਦੋਂ ਆਪਾਂ ਨੇ ਪ੍ਰਿੰਟ ਕਰਨਾ ਹੋਵੇ ਉਦੋਂ ਵੀ ਆਪਾਂ ਇਹੀ ਚੀਜ਼ ਯੂਜ਼ ਕਰਦੇ ਹਾਂ। ਠੀਕ ਹੈ ਜੀ। ਨੋਟ ਪੇਜ ਵੀ ਕੀ ਹੁੰਦਾ, ਨੋਟ ਪੇਜ ਵਿਊ ਇਨ ਦਾ ਨੋਟਸ ਪੇਜ ਵਿਊ, the note
पैन इज लोकेटेड जस्ट बिलो द स्लाइड पैन। स्लाइड पैन के थले की होंगे अपने को नोट्स पेज व्यू है ना, स्लाइड के थले की होंगे अपने को नोट पेज व्यू होंगे। ठीक है, इतने की कर सकते आप that notes that applied to the current slide can be typed later. These notes can be printed and returned while giving actual presentation। ਇਹਦਾ ਮਤਲਬ ਕੀ ਹੈ, ਨੋਟ ਪੇਜ ਵਿਊ ਕੀ ਹੁੰਦਾ ਹੈ? ਨੋਟ ਪੇਜ ਵਿਊ ਸਪੀਕਰ ਦੇ ਲਈ ਹੁੰਦਾ। ਸਪੀਕਰ ਮਤਲਬ ਜੋ ਪ੍ਰੈਜੈਂਟੇਸ਼ਨ ਦੇ ਰਿਹਾ ਹੁੰਦਾ, ਤਾਂ ਇਹਦੇ ਵਿੱਚ ਜੋ ਵੀ ਲਿਖਿਆ ਹੁੰਦਾ ਉਹ ਸਪੀਕਰ ਆਪਣੀ ਇੱਕ ਹੈਲਪ ਦੇ ਲਈ ਰੱਖਦਾ ਹੈ ਵੀ ਮੰਨ ਲਓ ਕੁਝ ਭੁੱਲ ਨਾ ਜਾਵੇ ਤਾਂ ਉਹ ਇਹ ਜਗ੍ਹਾ ਦੇ ਉੱਤੇ ਪੇਪਰ 'ਚ ਇਹ ਕੁਐਸਚਨ ਆਉਂਦਾ ਹੈ ਕਿ ਕਿਹੜੇ ਵਿਊ ਦੇ ਵਿੱਚ ਲਿਖੀ ਗਈ ਚੀਜ਼ ਸਿਰਫ ਸਪੀਕਰ ਨੂੰ ਦਿਖਦੀ ਹੈ, ਆਡੀਅנס ਨੂੰ ਨਹੀਂ ਦਿਖਦੀ, ਤਾਂ ਉਹ ਨੋਟ ਪੇਜ ਵਿਊ ਦੇ ਵਿੱਚ ਲਿਖ ਦਿੰਦਾ। ਠੀਕ ਹੈ ਜੀ। ਨੋਟਸ ਆ ਦੇਖੋ, ਨੋਟਸ ਕੈਨ ਆਲਸੋ ਬੀ ਪ੍ਰਿੰਟਡ ਟੂ ਹੈਂਡ ਆਊਟ। ਹੈਂਡ ਆਊਟ ਕੀ ਹੁੰਦੇ ਨੇ ਜੀ? ਜਦੋਂ ਆਪਣੇ ਕੋਲੇ ਮੰਨ ਲਓ ਸਲਾਈਡਸ ਨੇ, ਆਪਣੇ ਕੋਲ 8 ਸਲਾਈਡਾਂ ਨੇ, 9 ਸਲਾਈਡਾਂ ਨੇ, ਤਾਂ ਆਪਾਂ ਕੱਲੇ ਕੱਲੇ ਦਾ ਪ੍ਰਿੰਟ ਆਊਟ ਤਾਂ ਦੇ ਨਹੀਂ ਸਕਦੇ, ਤਾਂ ਆਪਾਂ 9 ਸਲਾਈਡ ਨੂੰ ਇੱਕ ਸਲਾਈਡ ਬਣਾ ਕੇ ਆਪਾਂ ਲੋਕਾਂ ਨੂੰ ਕੀ ਦਿੰਦੇ ਆ? ਪ੍ਰਿੰਟ ਆਊਟ। ਠੀਕ ਹੈ, 9 ਸਲਾਈਡਾਂ ਨੂੰ ਇੱਕ ਪੇਜ ਦੇ ਉੱਤੇ ਪ੍ਰਿੰਟ ਕਰਕੇ ਆਪਾਂ ਲੋਕਾਂ ਨੂੰ ਦਿੰਦੇ ਆ, ਉਹਨੂੰ ਆਪਾਂ ਕੀ ਕਹਿੰਦੇ ਆ? ਹੈਂਡ ਆਊਟ ਟੂ ਦਾ ਆਡੀਅנס ਔਰ ਇਨਕਲੂਡਡ ਇਨ ਅ ਪ੍ਰੈਜੈਂਟੇਸ਼ਨ ਦੈਟ ਇਜ਼ ਡਿਲੀਵਰਡ ਟੂ ਦਾ ਆਡੀਅנס। ਠੀਕ ਹੈ, ਵੀ ਆਪਾਂ ਆਡੀਅנס ਨੂੰ ਦਿੰਦੇ ਆ ਤਾਂ ਕਿ ਉਹਨੇ ਜੇ ਕੋਈ ਨੋਟਸ ਬਣਾਉਣਾ ਤਾਂ ਨੋਟਸ ਬਣਾ ਲੇ। ਠੀਕ ਹੈ ਜੀ। When it is required to view and work with the notes in full page format on the view tab presentation views group, click note page। ਇਹਦੀ ਤੁਹਾਨੂੰ ਕੋਈ ਲੋੜ ਹੈ ਨਹੀਂ। ਠੀਕ ਹੈ ਜੀ। ਉਸ ਤੋਂ ਬਾਅਦ ਸਲਾਈਡ ਸ਼ਾਟ ਵਿਊ, ਸਲਾਈਡ ਸ਼ੋ ਵਿਊ, ਸੌਰੀ ਸਲਾਈਡ ਸ਼ੋ ਵਿਊ। ਤੁਹਾਨੂੰ ਪਤਾ ਹੈ ਕਿ ਜਦੋਂ ਸਲਾਈਡਾਂ ਸ਼ੋ ਹੁੰਦੀਆਂ ਨੇ ਕੱਲੀ ਕੱਲੀ ਸਲਾਈਡ, ਜਿਵੇਂ ਆ ਮੈਂ ਤੁਹਾਨੂੰ ਸਲਾਈਡ ਦਿਖਾ ਰਿਹਾ, ਆ ਸਾਰੀਆਂ ਸਲਾਈਡਸ ਨੇ, ਇਹਨੂੰ ਆਪਾਂ ਕੀ ਕਹਿੰਦੇ? ਸਲਾਈਡ ਸ਼ੋ ਵਿਊ। ਦਿਸ ਇਜ਼ ਯੂਜ਼ਡ ਟੂ ਡਿਲੀਵਰ ਅ ਪ੍ਰੈਜੈਂਟੇਸ਼ਨ ਟੂ ਆਡੀਅנס। ਜਦੋਂ ਆਪਾਂ ਆਡੀਅנס ਨੂੰ ਪ੍ਰੈਜੈਂਟੇਸ਼ਨ ਦਿੰਦੇ ਆ ਤਾਂ ਆਪਾਂ ਕਿਹੜਾ ਵਿਊ ਯੂਜ਼ ਕਰਦੇ ਆ? ਸਲਾਈਡ ਸ਼ੋ ਵਿਊ। ਸਲਾਈਡ ਸ਼ੋ ਵਿਊ ਟੇਕਸ ਅਪ ਦ ਫੁੱਲ ਕੰਪਿਊਟਰ ਸਕਰੀਨ। ਇਹਦੇ ਵਿੱਚ ਪੂਰੀ ਕੰਪਿਊਟਰ ਸਕਰੀਨ ਆਉਂਦੀ ਹੈ ਜਿਵੇਂ ਐਕਚੁਅਲ ਪ੍ਰੈਜੈਂਟੇਸ਼ਨ ਹੁੰਦੀ ਹੈ। ਇਨ ਦਿਸ ਵਿਊ ਯੂ ਕੈਨ ਸੀ ਯੂਰ ਪ੍ਰੈਜੈਂਟੇਸ਼ਨ ਦ ਵੇ ਆਡੀਅנס ਵਾਂਟ। ਜਿਵੇਂ ਆਡੀਅנס ਚਾਹੁੰਦੀ ਹੈ ਉਵੇਂ ਤੁਸੀਂ ਪ੍ਰੈਜੈਂਟੇਸ਼ਨ ਦਿਖਾਉਂਦੇ ਹੋ। ਦਿਸ ਵਿਊ ਇਨੇਬਲ ਯੂ ਟੂ ਸੀ ਹਾਊ ਗ੍ਰਾਫਿਕ, ਇਮੇਜ, ਟਾਈਮਿੰਗ, ਮੂਵੀ, ਐਨੀਮੇਟਡ ਇਫੈਕਟ ਵਗੈਰਾ। ਇਹਦੇ ਵਿੱਚ ਕੁੱਲ ਮਿਲਾ ਕੇ ਜੋ ਵੀ ਤੁਹਾਨੇ ਲਾਇਆ ਹੁੰਦਾ ਸਾਰੀ ਆਊਟਪੁੱਟ ਕਿਹਦੇ ਵਿੱਚ ਦਿਖਦੀ ਹੈ? ਸਲਾਈਡ ਸ਼ੋ ਵਿਊ ਦੇ ਵਿੱਚ ਦਿਖਦੀ ਹੈ। ਟੂ ਐਗਜ਼ਿਟ ਦਾ ਸਲਾਈਡ ਸ਼ੋ ਆਪਾਂ ਕੀ ਕਰਦੇ ਆ? ਅਸਕੇਪ ਕੀ ਨੂੰ ਦੱਬਦੇ ਆ ਕੀਬੋਰਡ ਦੇ ਵਿੱਚੋਂ। ਪੇਪਰ ਦਾ ਮੋਸਟ ਇੰਪੋਰਟੈਂਟ ਕੁਐਸਚਨ ਕਿ ਸਲਾਈਡ ਸ਼ੋ ਹੋਣ ਤੋਂ ਬਾਅਦ ਲਾਸਟ ਦੇ ਵਿੱਚ ਕਿਹੜੀ ਸਕਰੀਨ ਆਉਂਦੀ ਹੈ? ਤਾਂ ਬਲੈਕ ਸਕਰੀਨ ਆਉਂਦੀ ਹੈ। ਅਤੇ ਸਲਾਈਡ ਸ਼ੋ ਦੇ ਲਈ ਸਭ ਤੋਂ ਬੈਸਟ ਜਿਹੜੀ ਆਪਣੇ ਕੋਲੇ ਸ਼ਾਰਟਕਟ ਕੀ ਆ ਉਹ ਕੀ ਹੈ? F5 ਹੈ ਤੇ ਸ਼ਿਫਟ ਪਲੱਸ F5 ਦੋ ਹੁੰਦੀਆਂ ਨੇ। ਕਿਉਂ? ਮੰਨ ਕੇ ਚਲੋ ਤੁਸੀਂ ਆਹ ਸਲਾਈਡ ਤੇ ਕੰਮ ਕਰ ਰਹੇ ਹੋ, ਜੇ ਆਹ ਸਲਾਈਡ ਤੇ ਕੰਮ ਕਰੋ ਇੱਥੋਂ ਹੀ ਤੁਹਾਨੂੰ ਪ੍ਰੈਜੈਂਟੇਸ਼ਨ ਸ਼ੁਰੂ ਕਰਨੀ ਹੈ ਤਾਂ ਤੁਸੀਂ ਕੀ ਦਬੋਗੇ? ਸ਼ਿਫਟ ਪਲੱਸ F5। ਜੇ ਤੁਸੀਂ ਇੱਥੇ ਹੀ ਕੰਮ ਕਰ ਰਹੇ ਹੋ ਪਰ ਜਿਹੜਾ ਪ੍ਰੈਜੈਂਟੇਸ਼ਨ ਹੈ ਉਹ ਤੁਹਾਨੂੰ ਸ਼ੁਰੂ ਤੋਂ ਸ਼ੁਰੂ ਕਰਨੀ ਹੈ, ਮਤਲਬ ਸਟਾਰਟਿੰਗ ਤੋਂ, ਤਾਂ ਕੀ ਦੱਬਦੇ ਆਪਾਂ? ਕੱਲਾ F5। ਮੋਸਟ ਇੰਪੋਰਟੈਂਟ ਕੁਐਸਚਨ ਹੈ ਇਹ। ਉਸ ਤੋਂ ਬਾਅਦ ਆਉਂਦਾ ਮਾਸਟਰ ਵਿਊ। ਮਾਸਟਰ ਵਿਊ ਕੀ ਕਰਦੇ? ਮਾਸਟਰ ਤੁਹਾਨੂੰ ਪਤਾ ਲੱਗ ਗਿਆ ਕਿ ਮਾਸਟਰ ਵਿਊ ਨਾਲ ਕੀ ਹੁੰਦਾ ਹੈ? ਜੇ ਤੁਸੀਂ ਮਾਸਟਰ ਸਲਾਈਡ ਦੇ ਵਿੱਚ ਕੋਈ ਵੀ ਚੇਂਜਸ ਕਰਦੇ ਹੋ ਸਾਰੀ ਸਲਾਈਡ ਦੇ ਵਿੱਚ ਆਪਣੇ ਆਪ ਹੋ ਜਾਂਦਾ। ਦ ਮਾਸਟਰ ਵਿਊ ਇਨਕਲੂਡ ਸਲਾਈਡ ਵਿਊ, ਹੈਂਡ ਆਊਟ ਵਿਊ ਜਾਂ ਨੋਟਸ ਵਿਊ। ਇਹ ਤਿੰਨੇ ਵਿਊ ਕਿਹਦੇ ਵਿੱਚ ਹੁੰਦੇ ਨੇ? ਮਾਸਟਰ ਵਿਊ ਦੇ ਵਿੱਚ ਹੁੰਦੇ ਨੇ। they are the main slides। ठीक है, they are the main slides that store information about the presentation including the background, font ਤੇ effect, place holder etc। ਠੀਕ ਹੈ ਜੀ। ਇਹਦੇ ਵਿੱਚ ਕਿਹਦਾ ਮਾਸਟਰ ਵਿਊ ਦੇ ਪੇਪਰ 'ਚ ਕੁਐਸਚਨ ਆਉਂਦਾ ਹੈ ਕਿ ਕੋਈ ਚੀਜ਼ ਜਦੋਂ ਆਪਾਂ ਨੇ ਵੀ ਕੋਈ ਚੀਜ਼ ਸਾਰੀਆਂ ਸਲਾਈਡਸ ਦੇ ਵਿੱਚ ਚੇਂਜ ਕਰਨੀ ਹੋਵੇ ਤਾਂ ਆਪਾਂ ਉਹ ਕਿੱਥੇ ਜਾ ਕੇ ਕਰਦੇ ਆ? ਤਾਂ ਆਪਾਂ ਮਾਸਟਰ ਸਲਾਈਡ ਦੇ ਵਿੱਚ ਜਾ ਕੇ ਚੇਂਜ ਕਰਦੇ ਆ। ਠੀਕ ਹੈ ਜੀ। ਅੱਗੇ ਆਪਣੇ ਕੋਲੇ ਕੀ ਹੈ? MS ਪਾਵਰ ਪੁਆਇੰਟ ਦੇ ਵਿੱਚ ਕੁਝ ਜਿਹੜੇ ਸ਼ਾਰਟ ਕੁਐਸਚਨ ਬਣਦੇ ਨੇ ਉਹ ਆਪਾਂ ਕਰਾਂਗੇ। ਸਭ ਤੋਂ ਪਹਿਲਾਂ ਆਪਣੇ ਕੋਲੇ ਕੀ ਹੈ? ਤਾਂ MS ਪਾਵਰ ਪੁਆਇੰਟ ਕੈਨ ਮੈਕਸਿਮਮ ਜ਼ੂਮ 400%। ਜੇ ਤੁਹਾਨੇ MS ਵਰਡ ਦੇਖਿਆ ਹੋਵੇ ਉਹ 500% ਤੱਕ ਕਰਦਾ ਹੈ, ਪਰ ਇਹ 400% ਤੱਕ ਕਰਦਾ ਹੈ। MS ਪਾਵਰ ਪੁਆਇੰਟ ਕੈਨ ਐਡ ਮੈਨੀ ਟਾਈਪਸ ਆਫ ਇਮੇਜ ਸਾਊਂਡ ਫਾਰਮੈਟ। ਇਹਦੇ ਵਿੱਚ ਆਪਾਂ ਇਮੇਜ ਵੀ ਐਡ ਕਰ ਸਕਦੇ ਤੇ ਸਾਊਂਡ ਵੀ ਐਡ ਕਰ ਸਕਦੇ, ਜਿਹਦਾ ਫਾਰਮੈਟ ਕੀ ਰਹੂਗਾ? GIF ਹੁੰਦਾ ਹੈ ਇੱਥੇ, GIF, BMP, PNG, JPG, GIF ਹੈ ਜੀ ਇਹ F ਤੇ ਵੇਵ ਤੇ ਮਿਡ, ਇਹ ਸਾਰੇ ਆਪਾਂ ਇਹਦੇ ਵਿੱਚ ਕੀ ਕਰ ਸਕਦੇ ਜੀ? ਐਡ ਕਰ ਸਕਦੇ। ਠੀਕ ਹੈ ਜੀ। ਵੀ ਇਹ ਫਾਰਮੈਟ ਹੁੰਦੇ ਨੇ। ਬਿਟ ਮੈਪ ਇਮੇਜ ਹੁੰਦਾ BMP ਦਾ। ਠੀਕ ਹੈ ਜੀ। GIF ਦਾ ਹੁੰਦਾ ਗ੍ਰਾਫਿਕ ਇੰਟਰਚੇਂਜ ਫਾਰਮੈਟ। ਇਹ ਸਾਰੇ ਇਹਦੇ ਨਾਮ ਹੁੰਦੇ ਨੇ। JP ਦਾ ਹੁੰਦਾ ਥੋੜੇ ਕਮੈਂਟ ਕਰਕੇ ਦੱਸਣਾ। ਟੂ ਸਟਾਰਟ ਮਾਈਕਰੋਸਾਫਟ ਐਪਲੀਕੇਸ਼ਨ ਆਪਾਂ ਸਭ ਤੋਂ ਪਹਿਲਾਂ ਕੀ ਕਰਦਾ? ਸਟਾਰਟ, ਉਹ ਤੋਂ ਬਾਅਦ ਰਨ, ਉਹ ਤੋਂ ਬਾਅਦ ਪਾਵਰ PNT ਦੇ ਵਿੱਚ ਕਮਾਂਡ ਦੇ ਦਿੰਦੇ ਆ ਤਾਂ ਆਪਣੇ ਕੋਲੇ ਰਨ ਹੋ ਜਾਊਗਾ। ਉਹ ਤੋਂ ਬਾਅਦ ਕੀ ਹੈ? ਰਨ ਖੋਲਣ ਲਈ ਆਪਾਂ ਕੀ ਕਰਦੇ ਆ? ਵਿੰਡੋਜ਼ ਪਲੱਸ R, ਵਿੰਡੋ ਪਲੱਸ R ਦਬਾਂਗੇ ਤਾਂ ਆਪਣੇ ਕੋਲੇ ਰਨ ਐਪਲੀਕੇਸ਼ਨ ਸਟਾਰਟ ਹੋ ਜੂਗੀ। ਜਿਹੜਾ ਮੈंने ਸਭ ਤੋਂ ਪਹਿਲਾਂ ਡਾਇਲੌਗ ਬਾਕਸ ਦਿਖਾਇਆ ਸੀ ਜਿਹਦੇ ਵਿੱਚ ਆਪਾਂ ਕੀ ਦੱਬਦੇ ਆ? ਪਾਵਰ PNT। ਉਹ ਆਪਾਂ ਕਿਵੇਂ ਆਊਗਾ? ਵਿੰਡੋਜ਼ ਪਲੱਸ R ਦੱਬ ਕੇ ਆਊਗਾ। ਟੂ ਸਟਾਰਟ ਸਲਾਈਡ ਸ਼ੋ ਆਫ ਅ ਪ੍ਰੈਜੈਂਟੇਸ਼ਨ ਆਪਾਂ ਕੀ ਦੱਬਦੇ ਆ? F5 ਤੇ ਸ਼ਿਫਟ ਪਲੱਸ F5 ਮੈਂ ਕਰਵਾ ਚੁੱਕਿਆ। ਨਵੀਂ ਸਲਾਈਡ ਐਡ ਕਰਨ ਲਈ ਆਪਾਂ ਕੰਟਰੋਲ ਪਲੱਸ M ਦੱਬਦੇ ਆ ਜੀ। ਸਲਾਈਡ ਸ਼ਾਰਟਰ ਵਿਊ ਆਫ ਪਾਵਰ ਪੁਆਇੰਟ ਇਜ਼ ਅਵੇਲੇਬਲ ਔਨ ਮੈਨੂ ਦੇ ਵਿੱਚ, ਤਾਂ ਵਿਊ ਮੈਨੂ ਦੇ ਵਿੱਚ ਹੁੰਦਾ ਜੀ। ਤਾਂ ਸਲਾਈਡ ਸ਼ਾਰਟਰ ਵਿਊ ਜਿਹੜਾ ਹੁੰਦਾ ਕਿਹਦੇ ਵਿੱਚ ਹੁੰਦਾ? ਵਿਊ ਮੈਨੂ ਦੇ ਵਿੱਚ ਹੁੰਦਾ। ਜਿਹੜੇ ਵੀ ਵਿਊ ਨੇ ਉਹ ਸਾਰੇ ਵਿਊ ਮੈਨੂ ਦੇ ਵਿੱਚ ਹੁੰਦੇ ਨੇ। ਮੋਸ਼ਨ ਇਫੈਕਟ ਬਿਟਵੀਨ ਸਲਾਈਡਸ ਇਜ਼ ਕਾਲਡ ਸਲਾਈਡ ਟ੍ਰਾਂਜੀਸ਼ਨ। ਦੇਖੋ ਜੇ ਮੈਂ ਗੱਲ ਕਰਾਂ ਇੱਕ ਸਲਾਈਡ ਆ ਦੂਜੀ ਸਲਾਈਡ, ਇੱਕ ਸਲਾਈਡ ਤੋਂ ਦੂਜੀ ਸਲਾਈਡ ਦੇ ਵਿੱਚ ਜਾਣਾ ਹੋਵੇ ਤਾਂ ਇਹਦੇ ਘੁੰਮ ਘੁਮਾ ਕੇ ਜਾਵੇ, ਕੁਝ ਵੀ ਕਰਕੇ ਜਾਵੇ, ਉਹਨੂੰ ਆਪਾਂ ਕੀ ਕਹਿੰਦੇ ਆ? ਟ੍ਰਾਂਜੀਸ਼ਨ ਕਹਿੰਦੇ ਆ। ਪਰ ਜੇ ਇੱਕ ਸਲਾਈਡ ਦੇ ਵਿੱਚ ਹੀ ਕੋਈ ਫੋਟੋ ਹੈ ਉੱਪਰੋਂ ਡਿੱਗ ਰਹੀ ਹੈ, ਕੋਈ ਹੈ ਘੁੰਮ ਘੁਮਾ ਕੇ ਫੋਟੋ ਆ ਰਹੀ ਹੈ, ਉਹਨੂੰ ਆਪਾਂ ਕੀ ਕਹਿੰਦੇ ਆ? ਐਨੀਮੇਸ਼ਨ ਕਹਿੰਦੇ ਆ। ਠੀਕ ਹੈ ਜੀ। ਜੇ ਸਲਾਈਡ ਦੇ ਵਿੱਚ ਫੋਟੋ ਡਿੱਗ ਕੇ ਆ ਰਹੀ ਹੈ ਉਹਨੂੰ ਆਪਾਂ ਐਨੀਮੇਸ਼ਨ ਕਹਿੰਦੇ ਆ। ਜੇ ਇੱਕ ਸਲਾਈਡ ਤੋਂ ਦੂਜੀ ਸਲਾਈਡ ਤੇ ਜਾ ਰਿਹਾ ਉਹਨੂੰ ਆਪਾਂ ਟ੍ਰਾਂਜੀਸ਼ਨ ਕਹਿੰਦੇ ਆ। ਠੀਕ ਹੈ ਜੀ।
ਰੈਡੀਮੇਡ ਫੌਂਟ ਕਲਰ ਗ੍ਰਾਫਿਕ ਇਫੈਕਟ ਵਗੈਰਾ ਜਦੋਂ ਬਣੇ ਬਣਾਏ ਮਿਲਦੇ ਨੇ ਤੁਹਾਨੂੰ ਉਹਨੂੰ ਆਪਾਂ ਕੀ ਕਹਿੰਦੇ ਆ ਡਿਜ਼ਾਈਨ ਟੈਂਪਲੇਟ। ਜਿਹੜੀ ਚੀਜ਼ ਤੁਹਾਨੂੰ ਬਣੀ ਬਣਾਈ ਮਿਲ ਗਈ ਉਹਨੂੰ ਆਪਾਂ ਕੀ ਕਹਿੰਦੇ ਆ ਟੈਂਪਲੇਟ। ਨੀਡ ਟੂ ਚੇਂਜ ਕਲਰ ਵਿਦਆਊਟ ਚੇਂਜਿੰਗ ਦਾ ਕੰਟੈਂਟ। ਜਦੋਂ ਆਪਾਂ ਨੇ ਕਲਰ ਚੇਂਜ ਕਰਨਾ ਹੋਵੇ ਪਰ ਕੰਟੈਂਟ ਚੇਂਜ ਨਾ ਕਰਨਾ ਹੋਵੇ ਆਪਾਂ ਕੀ ਕਰਦੇ ਆ ਕਲਰ ਸਕੀਮ ਦੇ ਵਿੱਚ ਜਾਂਦੇ ਆ ਤੇ ਕਲਰ ਸਕੀਮ ਕਿਹਦੇ ਵਿੱਚ ਹੁੰਦੀ ਆ ਡਿਜ਼ਾਈਨ ਟੈਬ ਦੇ ਵਿੱਚ ਹੁੰਦੀ ਆ। ਮੋਸ਼ਨ ਇਫੈਕਟ ਔਨ ਆਬਜੈਕਟ ਆਪਾਂ ਹੁਣੀ ਕਰਕੇ ਹਟੇ ਐਨੀਮੇਸ਼ਨ ਕਹਿੰਦੇ ਨੇ ਉਹਨੂੰ ਠੀਕ ਹੈ। ਜੇ ਦੋ ਸਲਾਈਡ ਤੇ ਲੱਗੇ ਤਾਂ ਟ੍ਰਾਂਜੀਸ਼ਨ, ਇੱਕ ਸਲਾਈਡ ਦੇ ਵਿੱਚ ਹੀ ਫੋਟੋਜ਼ ਦੇ ਉੱਤੇ ਲੱਗੇ ਤਾਂ ਐਨੀਮੇਸ਼ਨ। ਪਾਵਰ ਪੁਆਇੰਟ ਪ੍ਰੈਜੈਂਟੇਸ਼ਨ ਯੂਜ਼ਡ ਫॉर ਕਿਹਦੇ ਲਈ ਯੂਜ਼ ਹੁੰਦੀ ਹੈ ਟੀਚਰ ਲਈ, ਸਟੂਡੈਂਟ ਲਈ, ਬਿਜ਼ਨਸ ਪਰਸਨ ਦੇ ਲਈ। ਸਟਾਪ ਕਰਨ ਲਈ ਆਪਾਂ ਕੀ ਕਰਦੇ ਆ ਪਾਵਰ ਪੁਆਇੰਟ ਨੂੰ, ਪਾਵਰ ਪੁਆਇੰਟ ਸਲਾਈਡ ਨੂੰ ਠੀਕ ਹੈ ਤਾਂ ਐਸਕੇਪ ਕੀ ਦੱਬਦੇ ਆ ਠੀਕ ਹੈ ਜੀ। ਨਿਊ ਪ੍ਰੈਜੈਂਟੇਸ਼ਨ ਕੈਨ ਬੀ ਕ੍ਰੀਏਟਡ। ਨਵੀਂ ਪ੍ਰੈਜੈਂਟੇਸ਼ਨ ਕ੍ਰੀਏਟ ਹੋ ਸਕਦੀ ਹੈ ਕਿਵੇਂ ਬਲੈਂਕ ਪ੍ਰੈਜੈਂਟੇਸ਼ਨ ਦੇ ਨਾਲ, ਐਗਜ਼ਿਸਟਿੰਗ ਪ੍ਰੈਜੈਂਟੇਸ਼ਨ ਦੇ ਨਾਲ ਤੇ ਡਿਜ਼ਾਈਨ ਟੈਂਪਲੇਟ ਦੇ ਨਾਲ। ਤਿੰਨ ਤਰੀਕੇ ਨਾਲ ਆਪਾਂ ਨਵੀਂ ਪ੍ਰੈਜੈਂਟੇਸ਼ਨ ਨੂੰ ਕੀ ਕਰ ਸਕਦੇ ਆ ਕ੍ਰੀਏਟ ਕਰ ਸਕਦੇ ਆ ਠੀਕ ਹੈ ਜੀ। ਵਿਊ ਆਪਸ਼ਨ ਦੇ ਵਿੱਚ ਕੀ ਹੁੰਦਾ ਨਾਰਮਲ ਵਿਊ, ਆਊਟਲਾਈਨ ਵਿਊ, ਸਲਾਈਡ ਸ਼ਾਰਟਰ ਵਿਊ, ਨੋਟ ਪੇਜ ਵਿਊ ਤੇ ਰੀਡਿੰਗ ਵਿਊ ਠੀਕ ਹੈ। ਜਿਹੜਾ ਮਾਸਟਰ ਵਿਊ ਹੁੰਦਾ ਉਹ ਵੀ ਇੱਕ ਵਿਊ ਹੁੰਦਾ ਠੀਕ ਹੈ ਜੀ। ਡੁਪਲੀਕੇਟ ਸਲਾਈਡ, ਸਲਾਈਡ ਦੀ ਕਾਪੀ ਬਣਾਉਣ ਲਈ ਆਪਾਂ ਕੰਟਰੋਲ ਪਲੱਸ ਡੀ ਦੱਬ ਦਿੰਦੇ ਆ। ਆਪਾਂ ਇਹਦੇ ਵਿੱਚ ਕੀ ਕੁਝ ਕਰ ਸਕਦੇ ਆ ਇਨਸਰਟ ਪਿਕਚਰ ਕਰ ਸਕਦੇ ਆ ਠੀਕ ਹੈ ਜੀ, ਸ਼ੇਪ ਕਰ ਸਕਦਾ, ਫੋਟੋ ਐਲਬਮ ਕਰ ਸਕਦਾ। ਸਾਰਾ ਇਹ ਕਿਹਦੇ ਵਿੱਚ ਹੁੰਦਾ ਜੀ ਇਨਸਰਟ ਮੈਨੂ ਦੇ ਵਿੱਚ ਹੁੰਦਾ। ਪਿਕਚਰ, ਸ਼ੇਪ, ਫੋਟੋ ਐਲਬਮ ਕੁਝ ਵੀ ਹੋ ਸਕਦਾ। ਸਲਾਈਡ ਡਿਜ਼ਾਈਨ ਦੇ ਵਿੱਚ ਕੀ ਕਰ ਸਕਦਾ ਆਪਾਂ ਡਿਜ਼ਾਈਨ ਟੈਂਪਲੇਟ ਡਿਜ਼ਾਈਨ ਕਰ ਸਕਦਾ, ਕਲਰ ਬਦਲ ਸਕਦਾ ਉਹਦਾ, ਜਿਹੜੇ ਉਹਦੇ ਵਿੱਚ ਆਪਣੇ ਕੋਲੇ ਕੋਈ ਵੀ ਇਮੇਜ ਵਿੱਚ ਆਉਂਦੀ ਹੈ ਸਲਾਈਡ ਦਾ ਉਹਦਾ ਐਨੀਮੇਸ਼ਨ ਬਦਲ ਸਕਦੇ ਆ। ਇਨਸਰਟ ਸਲਾਈਡ ਨੰਬਰ, ਸਲਾਈਡ ਨਹੀਂ ਇਨਸਰਟ ਸਲਾਈਡ ਨੰਬਰ ਦੇ ਵਿੱਚ ਆਪਾਂ ਕਿੱਥੇ ਜਾਣਾ ਇਨਸਰਟ ਦੇ ਵਿੱਚ, ਉਹ ਤੋਂ ਬਾਅਦ ਸਲਾਈਡ ਨੰਬਰ ਤੇ ਉਹਦੇ ਵਿੱਚ ਅਪਲਾਈ ਆਲ ਤੇ ਕਰ ਦਾਂਗੇ ਤਾਂ ਨੰਬਰ ਆਫ ਡਿਸਪਲੇ ਦਿਖਣ ਲੱਗ ਜੂਗੀ। ਇਹਦੇ ਵਿੱਚ ਫੁੱਟਰ ਦੇ ਵਿੱਚ, ਫੁੱਟਰ ਕਿੱਥੇ ਹੁੰਦਾ ਥੱਲੇ ਲੱਗਿਆ ਹੁੰਦਾ ਫੁੱਟਰ ਥੱਲੇ ਲੱਗਿਆ ਹੁੰਦਾ, ਹੈਡਰ ਉੱਪਰ ਲੱਗਿਆ ਹੁੰਦਾ। ਕ੍ਰੀਏਟ ਸਪੀਕਰ ਨੋਟ ਪੇਜ ਦੈਟ ਸ਼ੋ ਦ ਸਲਾਈਡਸ ਰਿਲੇਟਡ ਨੋਟਸ ਐਂਡ ਯੂਅਰ ਕੰਪਨੀ ਲੋਗੋ ਔਨ ਈਚ ਪੇਜ ਠੀਕ ਹੈ। ਜਿਹੜਾ ਕ੍ਰੀਏਟ ਹੈ ਸਪੀਕਰ ਨੋਟ ਪੇਜ ਦੇ ਵਿਊ ਦੇ ਨੋਟ ਪੇਜ ਦੇ ਵਿੱਚ ਜਿਹੜਾ ਕੀ ਕਰੂਗਾ ਤੁਹਾਡਾ ਕੰਪਨੀ ਦਾ ਲੋਗੋ ਹਰੇਕ ਪੇਜ ਦੇ ਉੱਤੇ ਦਿਖਾਊਗਾ। ਤਾਂ ਐਡਿਟ ਦਾ ਨੋਟ ਮਾਸਟਰ ਐਂਡ ਐਡ ਯੂਅਰ ਕੰਪਨੀ ਲੋਗੋ ਮਤਲਬ ਕੀ ਹੈ ਜਿਹੜਾ ਨੋਟ ਮਾਸਟਰ ਹੈ ਮਤਲਬ ਉਹੀ ਮਾਸਟਰ ਕਾਪੀ ਹੈ ਜਾਂ ਮਾਸਟਰ ਸਲਾਈਡ ਹੈ ਉਹਦੇ ਵਿੱਚ ਜਾ ਕੇ ਜੇ ਤੁਸੀਂ ਚੇਂਜ ਕਰੋਗੇ ਤਾਂ ਉਹ ਤੁਹਾਡੀ ਕੰਪਨੀ ਦਾ ਲੋਗੋ ਕੱਲੇ ਕੱਲੇ ਸਲਾਈਡ ਦੇ ਉੱਤੇ ਦਿਖਾਉਣ ਲੱਗ ਜੂਗਾ। ਜੇ ਆਪਾਂ ਨੇ ਹਾਈਪਰ ਲਿੰਕ ਕ੍ਰੀਏਟ ਕਰਨਾ ਹੈ ਤਾਂ ਆਪਾਂ ਕੰਟਰੋਲ ਪਲੱਸ ਕੇ ਦੱਬਦੇ ਹਾਂ। ਹਾਈਪਰ ਲਿੰਕ ਕੀ ਹੁੰਦਾ ਇੱਕ ਬਲੂ ਰੰਗ ਦਾ ਲਿੰਕ ਹੁੰਦਾ ਠੀਕ ਹੈ, ਜਿਵੇਂ ਆ ਦੇਖੋ ਆ ਲੱਗਿਆ ਹੋਇਆ ਬਲੂ ਰੰਗ ਦਾ ਲਿੰਕ ਹੁੰਦਾ। ਇਹ ਕਿਸੇ ਹੋਰ ਪੇਜ ਦਾ ਲਿੰਕ ਹੁੰਦਾ। ਜੇ ਆਪਾਂ ਇਹਦੇ ਵਿੱਚ ਓਕੇ ਕਰਾਂਗੇ ਤਾਂ ਆਪਾਂ ਕਿਸੇ ਹੋਰ ਵੈਬਸਾਈਟ ਤੇ ਚਲਾਂਗੇ, ਉਹਨੂੰ ਆਪਾਂ ਕੀ ਕਹਿੰਦੇ ਆ ਹਾਈਪਰ ਲਿੰਕ। ਵੀ ਕੈਨ ਇਨਸਰਟ ਮੂਵੀ ਕਲਿੱਪ ਤੇ ਸਾਊਂਡ ਆਪਾਂ ਕੀ ਕਰ ਸਕਦੇ ਹਾਂ ਐਡ ਕਰ ਸਕਦਾ ਇਨਸਰਟ ਟੈਬ ਦੇ ਵਿੱਚ ਜਾ ਕੇ ਠੀਕ ਹੈ ਜੀ। ਫਾਰਮੈਟ ਆਫ ਦਾ ਪਿਕਚਰ, ਪਿਕਚਰ ਆਪਾਂ ਯੂਜ਼ ਕਰ ਸਕਦਾ, ਮੈਂ ਤੁਹਾਨੂੰ ਪਹਿਲਾਂ ਕਰਵਾ ਚੁੱਕਿਆ। ਸਲਾਈਡ ਟਾਈਟਲ ਮਾਸਟਰ ਪੇਅਰ, ਇਹ ਸਲਾਈਡ ਮਾਸਟਰ ਐਂਡ ਦਾ ਟਾਈਟਲ ਮਾਸਟਰ ਫॉर ਅ ਸਪੈਸੀਫਿਕ ਡਿਜ਼ਾਈਨ ਟੈਂਪਲੇਟ ਠੀਕ ਹੈ ਜੀ। ਇਹ ਕੀ ਹੁੰਦਾ ਆਪਣੇ ਕੋਲੇ ਜਿਹੜਾ ਸਲਾਈਡ ਟਾਈਟਲ ਮਾਸਟਰ ਪੇਅਰ ਹੈ ਇਹਦਾ ਮਤਲਬ ਕੀ ਹੈ ਕਿ ਆਪਣੇ ਕੋਲੇ ਇੱਕ ਸਲਾਈਡ ਮਾਸਟਰ ਤੇ ਟਾਈਟਲ ਮਾਸਟਰ ਹੋਊਗਾ ਜਿਹੜਾ ਕਿ ਇੱਕ ਸਪੈਸ਼ਲ ਕੰਮ ਲਈ ਕੀ ਕੀਤਾ ਗਿਆ ਹੋਊਗਾ ਡਿਜ਼ਾਈਨ ਕੀਤਾ ਗਿਆ ਹੋਊਗਾ। ਪ੍ਰੀਵਿਊ ਮੋਸ਼ਨ ਪਾਥ ਇਫੈਕਟ ਯੂਜ਼ਿੰਗ ਦਾ ਕਸਟਮ ਐਨੀਮੇਸ਼ਨ ਟਾਸਕ ਪੈਨ ਮਤਲਬ ਕੀ ਹੈ ਐਨੀਮੇਸ਼ਨ ਕੀ ਹੈ ਮੰਨ ਲਓ ਕੋਈ ਫੋਟੋ ਐ ਡਿੱਗਦੀ ਆ ਰਹੀ ਹੈ, ਐ ਡਿੱਗਦੀ ਆ ਰਹੀ ਹੈ ਤਾਂ ਉਹਨੂੰ ਚੇਂਜ ਕਰਨ ਲਈ ਆਪਾਂ ਕਿੱਥੇ ਜਾਵਾਂਗੇ ਵਿਊ ਟੈਬ ਦੇ ਵਿੱਚ ਜਾਵਾਂਗੇ ਠੀਕ ਹੈ ਜੀ। ਕਲਿੱਕ ਦਾ ਪਲੇ ਬਟਨ ਪਲੇ ਬਟਨ ਤੇ ਜਾਵਾਂਗੇ। ਇਹਦਾ ਮਤਲਬ ਕੀ ਹੈ ਇੱਥੇ ਤੁਹਾਨੂੰ ਦਿਖ ਜੂਗਾ ਪ੍ਰੀਵਿਊ ਹੋ ਜੂਗਾ ਮੋਸ਼ਨ ਪਾਥ ਵੀ ਫੋਟੋ ਕਿਵੇਂ ਆ ਰਹੀ ਹੈ ਠੀਕ ਹੈ ਵੀ ਐਵੇਂ ਐਵੇਂ ਕਰਕੇ ਆ ਰਹੀ ਹੈ ਉੱਪਰੋਂ ਡਿੱਗ ਰਹੀ ਹੈ ਤਾਂ ਆਪਾਂ ਪਲੇ ਬਟਨ ਤੇ ਕਲਿੱਕ ਕਰ ਦਾਂਗੇ। The effect applied to the display when slide changes in slideshow is known as slide transition। ਜਦੋਂ ਸਲਾਈਡ ਦੇ ਵਿੱਚ ਦੀ ਟ੍ਰਾਂਜੀਸ਼ਨ ਨੂੰ ਕੀ ਕਹਿੰਦੇ ਆਪਾਂ ਸਲਾਈਡ ਟ੍ਰਾਂਜੀਸ਼ਨ ਠੀਕ ਹੈ। ਇਫੈਕਟ ਅਪਲਾਈ ਟੂ ਡਿਸਪਲੇ ਵੈਨ ਸਲਾਈਡ ਚੇਂਜ, ਜਦੋਂ ਸਲਾਈਡ ਚੇਂਜ ਹੋਵੇ ਉਦੋਂ ਜਿਹੜਾ ਇਫੈਕਟ ਲੱਗਦਾ ਹੈ ਉਹ ਕਿਹਦੇ ਵਿੱਚ ਲੱਗਦਾ ਸਲਾਈਡ ਟ੍ਰਾਂਜੀਸ਼ਨ ਦੇ ਵਿੱਚ। ਮੋਸ਼ਨ ਪਾਥ ਅ ਮੈਥਡ ਆਫ ਮੂਵਿੰਗ ਆਈਟਮ ਔਨ ਸਲਾਈਡ, ਇਹਦਾ ਮਤਲਬ ਵੀ ਆ ਮੋਸ਼ਨ ਪਾਥ ਦਾ ਮਤਲਬ ਕੀ ਆ ਕੋਈ ਇਮੇਜ ਕਿਵੇਂ ਮੋਸ਼ਨ ਕਰੂਗੀ ਉਹਨੂੰ ਆਪਾਂ ਕੀ ਕਹਿੰਦੇ ਮੋਸ਼ਨ ਪਾਥ ਠੀਕ ਹੈ ਜੀ। ਇਫ ਯੂ ਵਾਂਟ ਟੂ ਆਲ ਸਲਾਈਡਸ ਇਨ ਦਾ ਪ੍ਰੈਜੈਂਟੇਸ਼ਨ ਟੂ ਹੈਵ ਦਾ ਸੇਮ ਲੁੱਕ, ਜਦੋਂ ਆਪਾਂ ਨੇ ਸਾਰੀਆਂ ਸਲਾਈਡਾਂ ਨੂੰ ਸੇਮ ਲੁੱਕ ਦੇਣੀ ਹੋਵੇ ਤਾਂ ਆਪਾਂ ਕੀ ਯੂਜ਼ ਕਰਦੇ ਹਾਂ ਇਹ ਪ੍ਰੈਜੈਂਟੇਸ਼ਨ ਡਿਜ਼ਾਈਨ ਟੈਂਪਲੇਟ ਠੀਕ ਹੈ। ਆਪਾਂ ਕੀ ਕਰਦੇ ਹਾਂ ਇੱਕ ਟੈਂਪਲੇਟ ਡਿਜ਼ਾਈਨ ਕਰ ਲੈਣਾ ਉਹਦੇ ਵਿੱਚ ਸਾਰੀਆਂ ਸਲਾਈਡਸ ਇੱਕੋ ਵਰਗੀਆਂ ਦਿਖਦੀਆਂ ਨੇ। ਸੈਂਡ ਥਰੂ ਈਮੇਲ, ਤਾਂ ਆਪਾਂ ਇਹਨੂੰ ਈਮੇਲ ਦੇ ਥਰੂ ਸੈਂਡ ਕਰ ਸਕਦੇ ਹਾਂ ਇੱਕ ਅਟੈਚਮੈਂਟ ਬਣਾ ਕੇ। ਸਿਲੈਕਟ ਮੋਰ ਦੈਨ ਵਨ ਸਲਾਈਡ, ਇੱਕ ਤੋਂ ਵੱਧ ਸਲਾਈਡ ਨੂੰ ਸਿਲੈਕਟ ਕਰਨ ਲਈ ਆਪਾਂ ਕੰਟਰੋਲ ਪਲੱਸ ਸਿਲੈਕਟ ਸਲਾਈਡ ਵੀ ਕਰ ਸਕਦੇ ਹਾਂ ਜਾਂ ਆਪਾਂ ਸਾਰੇ ਦੀ ਸਾਰੀ ਵੈਸੇ ਵੀ ਆਪਣੇ ਜੋ ਆਪਣੇ ਕੋਲੇ ਕਰਸਰ ਹੁੰਦਾ ਜਾਂ ਐਰੋ ਹੁੰਦਾ ਉਹਦੇ ਨਾਲ ਵੀ ਸਿਲੈਕਟ ਕਰ ਸਕਦੇ ਆ। ਟੂ ਸਿਲੈਕਟ ਹੋ ਗਿਆ ਟੂ ਸਿਲੈਕਟ ਵਨ ਹਾਈਪਰਲਿੰਕ ਆਫਟਰ ਅਨਦਰ, ਇੱਕ ਹਾਈਪਰਲਿੰਕ ਤੋਂ ਬਾਅਦ ਦੂਜਾ ਹਾਈਪਰਲਿੰਕ ਕਰਨ ਲਈ ਆਪਾਂ ਕੀ ਦੱਬਦੇ ਆ ਟੈਬ ਦੱਬਦੇ ਆ ਠੀਕ ਹੈ ਜੀ। ਇੱਕ ਹਾਈਪਰਲਿੰਕ ਤੋਂ ਬਾਅਦ ਦੂਜਾ ਹਾਈਪਰਲਿੰਕ ਲਈ। ਹਾਈਡ ਸਲਾਈਡ ਦਾ ਮਤਲਬ ਕੀ ਹੈ ਜੇ ਤੁਹਾਨੂੰ ਸਲਾਈਡ ਨੂੰ ਹਾਈਡ ਕਰਨਾ ਹੈ ਵੀ ਚੱਲਦੀ ਸਲਾਈਡ ਦੇ ਵਿੱਚ ਆਹ ਸਲਾਈਡ ਸ਼ੋ ਨਾ ਹੋਵੇ ਤਾਂ ਤੁਸੀਂ ਹਾਈਡ ਸਲਾਈਡ ਸਿਲੈਕਟ ਕਰ ਲਓਗੇ। ਹੈਂਡ ਆਊਟ ਮਾਸਟਰ ਕੀ ਹੁੰਦਾ ਲੇਆਊਟ ਆਫ ਦਾ ਆਡੀਅੰਸ ਹੈਂਡ ਆਊਟ ਨੋਟਸ 1 ਤੋਂ ਲੈ ਕੇ 9 ਤੱਕ, ਇਹਦਾ ਮਤਲਬ ਕੀ ਹੈ ਆ ਆਪਣੇ ਕੋਲੇ ਕੀ ਹੈ ਜਿਵੇਂ ਕਿ ਆ ਦੇਖੋ ਆਪਣੇ ਕੋਲੇ ਕੀ ਆ ਗਏ ਇਹਦੇ ਵਿੱਚ ਹੈਂਡ ਆਊਟ ਨੇ ਆਪਣੇ ਕੋਲ 1 2 3 4 5 6 ਸਲਾਈਡ ਨੇ। 6 ਸਲਾਈਡ ਇੱਕ ਪੇਜ ਦੇ ਉੱਤੇ ਪ੍ਰਿੰਟ ਹੋ ਗਿਆ, ਇਹ ਤੁਸੀਂ ਆਡੀਅנס ਨੂੰ ਦੇ ਦੋਗੇ, ਇਹਨੂੰ ਆਪਾਂ ਕੀ ਕਹਿੰਦੇ ਹੈਂਡ ਆਊਟ ਨੋਟਸ ਠੀਕ ਹੈ। ਤਾਂ ਇਹ ਕੀ ਹੁੰਦਾ ਇਹਦਾ ਫਾਇਦਾ ਕੀ ਹੁੰਦਾ ਜਿਵੇਂ ਕਿਸੇ ਨੇ ਕੋਈ ਨੋਟਸ ਬਣਾਉਣਾ ਹੈ ਤਾਂ ਉਹ ਇਹਦੇ ਉੱਤੇ ਲਿਖ ਕੇ ਆਪਣਾ ਕੀ ਬਣਾ ਲੂਗਾ ਨੋਟਸ
ਬਣਾ ਲੂਗਾ। ਇਹ ਮੈਕਸਿਮਮ ਇੱਕ ਪੇਜ ਦੇ ਉੱਤੇ 9 ਲੱਗ ਸਕਦੇ ਨੇ, ਘੱਟੋ ਘੱਟ 1 ਲੱਗ ਸਕਦਾ। ਠੀਕ ਹੈ ਜੀ। ਹੈਂਡ ਆਊਟ ਦੇ ਵਿੱਚ ਕੀ ਹੁੰਦਾ, ਸਲਾਈਡ ਨੰਬਰ, ਫੂਟਰ, ਹੈਡਰ, ਇਹ ਸਾਰਾ ਇਹਦੇ ਵਿੱਚ ਕੰਟੇਨ ਹੋਊਗਾ। ਠੀਕ ਹੈ। ਟਾਈਟਲ ਇਹਦੇ ਵਿੱਚ ਕੰਟੇਨ ਨਹੀਂ ਹੁੰਦਾ। ਪੇਪਰ ਚ ਆਉਂਦਾ ਹੈਂਡ ਆਊਟ ਦੇ ਵਿੱਚ ਕੀ ਹੁੰਦਾ, ਟਾਈਟਲ ਨਹੀਂ ਹੁੰਦਾ। ਆਬਜੈਕਟ ਔਨ ਦਾ ਸਲਾਈਡ ਦੈਟ ਹੋਲਡ ਟੈਕਸਟ, ਜਿਹਦੇ ਵਿੱਚ ਟੈਕਸਟ ਲਿਖਿਆ ਜਾਂਦਾ ਉਹਨੂੰ ਆਪਾਂ ਕੀ ਕਹਿੰਦੇ ਆ, ਪਲੇਸ ਹੋਲਡਰ। ਜਿਵੇਂ ਕਿ ਆਹ ਵਾਲੀ ਜਗ੍ਹਾ ਨੂੰ ਕੀ ਕਹਿੰਦੇ ਨੇ, ਪਲੇਸ ਹੋਲਡਰ, ਜਿੱਥੇ ਟੈਕਸਟ ਲਿਖਿਆ ਹੁੰਦਾ। ਠੀਕ ਹੈ ਜੀ। ਡਿਫਾਲਟ ਪ੍ਰੈਜੈਂਟੇਸ਼ਨ ਓਰੀਐਂਟੇਸ਼ਨ ਕੀ ਹੁੰਦੀ ਹੈ, ਲੈਂਡਸਕੇਪ। ਜੇ ਮੈਂ ਗੱਲ ਕਰਾਂ, ਆਪਾਂ ਨੇ MS ਆਫਿਸ ਦੇ ਵਿੱਚ ਵਰਡ ਪੜਿਆ ਸੀ, ਵਰਡ ਦੀ ਡਿਫਾਲਟ ਕੀ ਹੁੰਦੀ ਹੈ, ਪੋਰਟਰੇਟ, ਪਰ ਇਹਦੇ ਵਿੱਚ ਡਿਫਾਲਟ ਕੀ ਹੁੰਦੀ ਹੈ, ਲੈਂਡਸਕੇਪ। ਠੀਕ ਹੈ। ਓਰੀਐਂਟੇਸ਼ਨ ਦ ਸਲਾਈਡ ਦੈਟ ਯੂਜ਼ ਟੂ ਇੰਟਰੋਡਿਊਸ ਦ ਟੌਪਿਕ ਐਂਡ ਸੈਟ ਦ ਟੋਨ ਆਫ ਦ ਪ੍ਰੈਜੈਂਟੇਸ਼ਨ, ਤਾਂ ਉਹਨੂੰ ਆਪਾਂ ਕੀ ਕਹਿੰਦੇ ਆ, ਟਾਈਟਲ ਸਲਾਈਡ। ਵੀ ਜਿਹੜੀ ਟਾਈਟਲ ਲਈ ਵਰਤੀ ਜਾਵੇ ਉਹਨੂੰ ਆਪਾਂ ਕੀ ਕਹਿੰਦੇ ਆ, ਟਾਈਟਲ ਸਲਾਈਡ ਕਹਿ ਦਿੰਦੇ ਆ। ਠੀਕ ਹੈ ਜੀ। ਐਡ ਟਾਈਮ ਟੂ ਦਾ ਸਲਾਈਡ ਪ੍ਰੈਜੈਂਟੇਸ਼ਨ, ਤਾਂ ਆਪਾਂ ਜੇ ਆਪਾਂ ਟਾਈਮ ਐਡ ਕਰਨਾ ਹੋਵੇ ਵੀ ਕਿਹੜੇ ਟਾਈਮ ਦੇ ਵਿੱਚ ਬਣੀ ਹੈ, ਤਾਂ ਰਿਲੀਜ਼ ਟਾਈਮਿੰਗ ਬਟਨ, ਸੌਰੀ ਉਹ ਨਹੀਂ ਹੈਗਾ ਇਹ, ਐਡ ਟਾਈਮ ਟੂ ਦਾ ਸਲਾਈਡਸ ਇਨ ਦਾ ਪ੍ਰੈਜੈਂਟੇਸ਼ਨ, ਮਤਲਬ ਕੀ ਇੱਕ ਸਲਾਈਡ ਕਿੰਨੇ ਟਾਈਮ ਲਈ ਰਹੂਗੀ, ਉਹਦੇ ਲਈ ਆਪਾਂ ਕਿੱਥੇ ਜਾਂਦੇ ਆ, ਰਿਹਰਸ, ਸੌਰੀ ਸਪੈਲਿੰਗ ਮਿਸਟੇਕ ਹੋ ਰਹੀ ਨੇ, ਕੋਈ ਗੱਲ ਨਹੀਂ, ਰਿਹਰਸ ਟਾਈਮਿੰਗ ਬਟਨ ਦੇ ਵਿੱਚ ਜਾਂਦੇ ਆਪਾਂ। ਠੀਕ ਹੈ ਜੀ। ਕਮੈਂਟ ਔਨ ਦਾ ਪ੍ਰੈਜੈਂਟੇਸ਼ਨ ਕੈਨ ਰਿਕਾਰਡ ਆਟੋਮੈਟਿਕਲੀ, ਜੇ ਆਪਾਂ ਨੇ ਕੋਈ ਵੀ ਕਮੈਂਟ ਕੀਤਾ ਉਹਦੇ ਵਿੱਚ ਪ੍ਰੈਜੈਂਟੇਸ਼ਨ ਦੇ ਵਿੱਚ, ਉਹ ਆਟੋਮੈਟਿਕਲੀ ਕਿੱਥੋਂ ਹੋਊਗਾ, ਰਿਕਾਰਡ ਕਿੱਥੋਂ ਹੋਊਗਾ, ਤਾਂ ਕਮੈਂਟ ਦੇ ਵਿੱਚ ਜਾਵਾਂਗੇ ਆਪਾਂ, ਤੇ ਕਮੈਂਟ ਕਿੱਥੇ ਹੁੰਦਾ, ਰਿਵਿਊ ਟੈਬ ਦੇ ਵਿੱਚ, ਉੱਥੇ ਨਵਾਂ ਕਮੈਂਟ ਪਾਵਾਂਗੇ, ਉਹਦੇ ਨਾਲ ਕਮੈਂਟ ਐਡ ਹੋ ਜਾਊਗਾ। ਠੀਕ ਹੈ ਜੀ। ਆਬਜੈਕਟ, ਐਕਟਿਵ ਆਬਜੈਕਟ ਇਜ਼ ਹਾਈਲਾਈਟਡ, ਜਿਹੜੇ ਤੇ ਆਪਾਂ ਕੰਮ ਕਰ ਰਹੇ ਹਾਂ, ਮੰਨ ਲਓ ਇਹਨੂੰ ਸਿਲੈਕਟ ਕਰ ਰੱਖਿਆ ਤਾਂ ਇਹ ਕੀ ਹੋ ਜਾਊਗਾ, ਹਾਈਲਾਈਟ ਹੋ ਜਾਊਗਾ। ਠੀਕ ਹੈ ਜੀ। ਐਕਟਿਵ ਆਬਜੈਕਟ, ਜਿਵੇਂ ਆਪਾਂ ਮੰਨ ਲਓ ਫੋਟੋ ਪਾਈ ਹੈ ਕਿਸੇ ਉਹਦੇ ਵਿੱਚ, ਤਾਂ ਜਦੋਂ ਫੋਟੋ ਤੇ ਕੰਮ ਕਰ ਰਹਾਂਗੇ ਤਾਂ ਇਹ ਹਾਈਲਾਈਟ ਹੋ ਜਾਊਗੀ। ਠੀਕ ਹੈ। ਇਹਦਾ ਮਤਲਬ ਇਹ ਹੈ। ਸਿੰਬਲ ਯੂਜ਼ਡ ਫॉर ਲਿਸਟ, ਤਾਂ ਲਿਸਟ ਦੇ ਸਿੰਬਲ ਲਈ ਆਪਾਂ ਬੁਲੇਟਸ ਯੂਜ਼ ਕਰਦਾ, ਮੈਂ ਤੁਹਾਨੂੰ ਦੱਸਿਆ ਸੀਗਾ, ਜਿਵੇਂ ਆਹ ਕੀ ਨੇ, ਇਹ ਸਾਰੇ ਬੁਲੇਟਸ ਨੇ। ਠੀਕ ਹੈ ਜੀ। ਮਿਨੀਏਚਰ ਰਿਪਰੈਜ਼ੈਂਟੇਸ਼ਨ ਆਫ ਸਲਾਈਡ ਸ਼ੋ ਇਜ਼ ਸਲਾਈਡ ਸ਼ਾਰਟਰ ਵਿਊ, ਮਿਨੀਏਚਰ ਦਾ ਮਤਲਬ ਛੋਟੀ ਰਿਪਰੈਜ਼ੈਂਟੇਸ਼ਨ ਕਿਵੇਂ ਹੁੰਦੀ ਹੈ, ਜਿਵੇਂ ਸਲਾਈਡਸ ਬਹੁਤ ਵੱਡੀਆਂ ਵੱਡੀਆਂ ਹੁੰਦੀਆਂ ਨੇ, ਇਹ ਇੱਕ ਤਰੀਕੇ ਦਾ ਸਲਾਈਡ ਸ਼ਾਰਟਰ ਵਿਊ ਹੀ ਹੈ, ਸਾਰੀਆਂ ਸਲਾਈਡਸ ਨੂੰ ਇੱਕ ਸਕਰੀਨ ਦੇ ਉੱਤੇ ਦੇਖਣਾ। ਲੋਗੋ ਇਨ ਦਾ ਸੇਮ ਪੋਜੀਸ਼ਨ ਇਨ ਐਵਰੀ ਸਲਾਈਡ, ਤਾਂ ਆਪਾਂ ਸਲਾਈਡ ਮਾਸਟਰ ਤੇ ਜਾਵਾਂਗੇ, ਉਹਦੇ ਵਿੱਚ ਇੱਕ ਲੋਗੋ ਐਡ ਕਰ ਦਾਂਗੇ, ਤਾਂ ਹਰੇਕ ਸਲਾਈਡ ਦੇ ਵਿੱਚ ਉਹ ਦਿਖਣ ਲੱਗ ਜਾਊਗਾ। ਟ੍ਰਾਂਜੀਸ਼ਨ ਇਫੈਕਟ ਯੂਜ਼ਿੰਗ ਸਲਾਈਡ ਸ਼ਾਰਟਰ ਵਿਊ, ਹਰੇਕ ਜਿਵੇਂ ਹੁਣ ਇਹ ਤੋਂ ਬਾਅਦ ਆਹ ਸਲਾਈਡ ਤੇ ਜਾਣਾ, ਤਾਂ ਇਹਦੇ ਵਿੱਚ ਕੀ ਇਫੈਕਟ ਲੱਗੂ, ਇਹ ਤੋਂ ਬਾਅਦ ਕੀ ਇਫੈਕਟ ਲੱਗੂ, ਇੱਥੇ ਕੀ ਇਫੈਕਟ ਲੱਗੂ, ਇਹ ਆਪਾਂ ਸਲਾਈਡ ਸ਼ਾਰਟਰ ਵਿਊ ਦੇ ਵਿੱਚ ਜ਼ਿਆਦਾ ਚੰਗੇ ਤਰੀਕੇ ਨਾਲ ਕਰ ਸਕਦੇ ਹਾਂ। ਕਮਾਂਡ ਬ੍ਰਿੰਗਸ ਯੂ ਟੂ ਦਾ ਫਸਟ ਸਲਾਈਡ, ਕਿਹਦੇ ਨਾਲ ਆਪਾਂ ਬਿਲਕੁਲ ਫਸਟ ਸਲਾਈਡ ਦੇ ਵਿੱਚ ਜਾਵਾਂਗੇ, ਕੰਟਰੋਲ ਪਲੱਸ ਹੋਮ ਦੇ ਨਾਲ ਆਪਾਂ ਜਿੰਨੀਆਂ ਸਲਾਈਡ ਤੇ ਕੰਮ ਕਰ ਰਹੇ ਤਾਂ ਆਪਾਂ ਫਸਟ ਸਲਾਈਡ ਦੇ ਉੱਤੇ ਚਲੇ ਜਾਵਾਂਗੇ। ਉਹ ਤੋਂ ਬਾਅਦ ਲਾਈਨ ਸਪੇਸਿੰਗ ਹੁੰਦੀ ਹੈ, ਸਪੇਸ ਬਿਟਵੀਨ ਦ ਟੂ ਲਾਈਨਸ ਆਫ ਆ ਟੈਕਸਟ, ਆ ਦੋ ਲਾਈਨਾਂ ਨੇ, ਇਹਦੇ ਵਿਚਲਾ ਜਿਹੜਾ ਸਪੇਸ ਹੋਊਗਾ ਉਹਨੂੰ ਆਪਾਂ ਕੀ ਕਹਿੰਦੇ ਆ, ਲਾਈਨ ਸਪੇਸ ਕਹਿੰਦੇ ਆ। ਠੀਕ ਹੈ ਜੀ। ਅੱਗੇ ਆਪਣੇ ਕੋਲੇ ਕੀ ਆਂਦਾ, ਯੂਜ਼ ਆਫ ਨੋਟਸ ਇਨ ਸਲਾਈਡਸ, ਨੋਟਸ ਕਿਹਦੇ ਲਈ ਹੁੰਦੇ ਨੇ, ਨੋਟ ਅਬਾਊਟ ਸਲਾਈਡ, ਸਲਾਈਡ ਦੇ ਵਿੱਚ ਕੀ ਲਿਖਿਆ ਹੋਇਆ, ਕੀ ਫੋਟੋਆਂ ਨੇ, ਉਹਦੇ ਬਾਰੇ ਥੋੜਾ ਜਿਹਾ ਐਕਸਪਲੇਨ ਕੌਣ ਕਰਦਾ ਹੈ, ਨੋਟਸ। ਠੀਕ ਹੈ ਜੀ। ਇਹ ਨੋਟ ਪੇਜ ਇਨ ਵਿਊ, ਨੋਟ ਪੇਜ ਇਨ ਵਿਊ ਦੇ ਵਿੱਚ ਹੁੰਦਾ। ਠੀਕ ਹੈ। ਨੋਟ ਪੇਜ ਵਿਊ ਦੇ ਵਿੱਚ ਹੁੰਦਾ, ਤੇ ਇਹ ਸਿਰਫ ਪ੍ਰੈਜੈਂਟਰ ਲਈ ਹੁੰਦਾ, ਜੋ ਬੋਲ ਰਿਹਾ ਹੁੰਦਾ, ਇਹ ਆਡੀਅנס ਨੂੰ ਨਹੀਂ ਦਿਖਦਾ। ਇਨਕਰੈਕਟ ਸਪੈਲਿੰਗ, ਤਾਂ ਗ੍ਰਾਮਰ ਮਿਸਟੇਕ ਕਿਹਦੇ ਨਾਲ ਦਿਖਾਈ ਜਾਂਦੀ ਹੈ, ਰੈੱਡ ਕਲਰ ਲਾਈਨ ਨਾਲ, ਥੱਲੇ ਰੈੱਡ ਕਲਰ ਹੋ ਜਾਂਦਾ। ਠੀਕ ਹੈ ਜੀ। ਆਹ ਹੁੰਦਾ ਨੋਟ ਪੇਜ ਵਿਊ। ਠੀਕ ਹੈ। ਇੱਥੇ ਜੋ ਨੋਟਸ ਹੁੰਦੇ ਨੇ ਉਹ ਬਣ ਜਾਂਦੇ ਨੇ, ਇਹ ਆਪਣੇ ਕੋਲ ਕੀ ਹੈ, ਸਲਾਈਡ ਹੈ। ਵਿਊ ਦੈਟ ਡਿਸਪਲੇ ਓਨਲੀ ਟੈਕਸਟ, ਟਾਈਟਲ ਤੇ ਬੁਲੇਟ ਨਹੀਂ ਦਿਖਦੇ, ਤਾਂ ਉਹਦੇ ਵਿੱਚ ਆਊਟਲਾਈਨ ਵਿਊ। ਪੇਪਰ ਦਾ ਮੋਸਟ ਇੰਪੋਰਟੈਂਟ ਕੁਐਸਚਨ, ਕਿਹੜੇ ਵਿਊ ਦੇ ਵਿੱਚ ਟਾਈਟਲ ਤੇ ਬੁਲੇਟਸ ਨਹੀਂ ਦਿਖਦੇ, ਤਾਂ ਆਊਟਲਾਈਨ ਵਿਊ ਦੇ ਵਿੱਚ ਨਹੀਂ ਦਿਖਦੇ। ਹੋਲਡਿੰਗ ਡਾਊਨ ਦਾ ਸ਼ਿਫਟ ਕੀ ਐਂਡ ਰੋਟੇਟ ਦਾ ਇਮੇਜ ਇਨ ਐਨ ਐਂਗਲ 15 ਡਿਗਰੀ, ਜੇ ਮੈਂ ਇੱਕ ਇਮੇਜ ਨੂੰ ਸਿਲੈਕਟ ਕਰਕੇ, ਮੰਨ ਲਓ ਇਹਨੂੰ ਸਿਲੈਕਟ ਕਰਕੇ ਸ਼ਿਫਟ ਦੱਬ ਕੇ ਰਾਈਟ ਜਾਂ ਲੈਫਟ ਘੁਮਾਵਾਂ, ਤਾਂ ਇਹ ਕੀ ਹੋਗੀ, 15 ਡਿਗਰੀ ਦੇ ਐਂਗਲ ਤੇ ਘੁੰਮੂਗੀ। ਠੀਕ ਹੈ ਜੀ। ਸਪੈਸ਼ਲ ਇਫੈਕਟ ਦੈਟ ਕੈਨ ਬੀ ਅਪਲਾਈਡ ਟੂ ਡਰਾ ਆਬਜੈਕਟ, ਤਾਂ ਜਿਹੜਾ ਆਪਾਂ ਨੇ ਆਬਜੈਕਟ ਦੇ ਉੱਤੇ ਸਪੈਸ਼ਲ ਇਫੈਕਟ ਲਗਾਉਣਾ, ਉਹ ਆਪਾਂ ਕੀ ਕਰ ਸਕਦੇ ਹਾਂ, ਗ੍ਰੇਡੀਐਂਟ ਫਿਲ, ਲਾਈਨ ਕਲਰ, ਸਟਾਈਲ, ਰੋਟੇਟਿੰਗ, ਇਹ ਸਾਰਾ ਕੁਝ ਆਪਾਂ ਸਪੈਸ਼ਲ ਇਫੈਕਟ ਨੇ, ਜਿਹੜੇ ਕਿਸੇ ਵੀ ਆਪਾਂ ਆਬਜੈਕਟ ਦੇ ਉੱਤੇ, ਆਬਜੈਕਟ ਦਾ ਮਤਲਬ ਇੱਥੇ ਫੋਟੋ ਦੇ ਉੱਤੇ ਲਗਾ ਸਕਦੇ ਹਾਂ। ਠੀਕ ਹੈ। ਇਮੇਜ ਚੇਂਜਸ ਦ ਡਾਇਰੈਕਸ਼ਨ ਆਫ ਇਟ ਫੇਸ, ਜਦੋਂ ਆਪਾਂ ਨੇ ਕੋਲੇ ਇਮੇਜ ਇੱਕ ਐਵੇਂ ਹੈ, ਉਹ ਫਿਰ ਆਪਾਂ ਨੇ ਘੁਮਾ ਕੇ ਕਿਸੇ ਹੋਰ ਤਰੀਕੇ ਨਾਲ ਕਰਤੀ, ਉਹਨੂੰ ਆਪਾਂ ਕੀ ਕਹਿੰਦੇ ਆ, ਰੋਟੇਟ ਕਹਿ ਦਿੰਦੇ ਆ। ਇਹ ਸੈੱਲ ਇਜ਼ ਡਿਫਾਈਨਡ ਐਜ਼ ਦ ਇੰਟਰਸੈਕਸ਼ਨ ਆਫ ਅ ਰੋ ਐਂਡ ਕਾਲਮ, ਮਤਲਬ ਕੀ ਹੈ, ਜੇ ਆਪਾਂ ਆਹ ਚੀਜ਼ ਮਾਰਦੇ ਆ ਤਾਂ ਇਹਦੀ ਇੰਟਰਸੈਕਸ਼ਨ, ਮਤਲਬ ਇਹਦਾ ਜਿਹੜਾ ਜੋੜ ਹੈ, ਇਹਨੂੰ ਆਪਾਂ ਕੀ ਕਹਿ ਦਿੰਦੇ ਆ, ਸੈੱਲ ਕਹਿ ਦਿੰਦੇ ਆ। ਠੀਕ ਹੈ ਜੀ। ਪਾਵਰ ਪੁਆਇੰਟ 2007 ਦੇ ਵਿੱਚ ਨੰਬਰ ਆਫ ਵਿਊ ਕਿੰਨੇ ਸੀਗੇ, 6 ਨੰਬਰ ਆਫ ਵਿਊ ਆਉਂਦੇ ਨੇ। ਠੀਕ ਹੈ ਜੀ। 2019 ਦੇ ਵਿੱਚ ਕਿੰਨੇ ਆਉਂਦੇ ਨੇ, 10 ਆਉਂਦੇ ਨੇ। ਮੋਸਟ ਇੰਪੋਰਟੈਂਟ, 2007 ਦੇ ਵਿੱਚ 6 ਵਿਊ ਆਉਂਦੇ ਨੇ, 2019 ਦੇ ਵਿੱਚ 10 ਵਿਊ ਆਉਂਦੇ ਨੇ। ਜਿਹੜਾ ਆਪਾਂ ਨੇ ਨਾਰਮਲ ਵਿਊ, ਸਲਾਈਡ ਸ਼ਾਰਟਰ ਵਿਊ ਦੀ ਗੱਲ ਕੀਤੀ ਹੈ, ਉਹਦੀ ਗੱਲ ਹੋ ਰਹੀ ਹੈ। ਠੀਕ ਹੈ। ਐਨੀਮੇਸ਼ਨ ਇਫੈਕਟ ਸ਼ੋ ਬੁਲੇਟਸ ਆਈਟਮ ਐਟ ਦ ਆਰ ਐਜ਼ ਆਰ ਡਿਸਕਸਡ। ਠੀਕ ਹੈ। ਐਨੀਮੇਸ਼ਨ ਇਫੈਕਟ ਕੀ ਹੁੰਦਾ, ਸ਼ੋ ਬੁਲੇਟ ਆਈਟਮ, ਇਹਦੇ ਵਿੱਚ ਬੁਲੇਟ ਆਈਟਮ ਕੀ ਕਰਦੀਆਂ ਨੇ, ਦਿਖਦੀਆਂ ਨੇ। ਠੀਕ ਹੈ। ਜਿਵੇਂ ਕੋਈ ਫੋਟੋ ਆ ਗਈ, ਕੁਝ ਵੀ ਆ ਗਿਆ, ਇਹ ਸਾਰਾ ਕੁਝ ਕੀ ਆ, ਬੁਲੇਟ ਆਈਟਮ ਵੀ ਕਹਿ ਸਕਦੇ ਆ। ਵਿਊ ਇਨ ਪਾਵਰ ਪੁਆਇੰਟ ਕੈਨ ਬੀ ਯੂਜ਼ਡ ਐਂਟਰ ਸਪੀਕਰ ਕਮੈਂਟ। ਠੀਕ ਹੈ। ਆ ਦੇਖੋ, ਵਿਊ ਇਨ ਸਪੀਕਰ ਕਮੈਂਟ, ਨੋਟ ਪੇਜ ਵਿਊ, ਇਹਦਾ ਮਤਲਬ ਕੀ ਹੈ, ਜੋ ਵੀ ਸਪੀਕਰ ਨੇ ਆਪਣੇ ਲਈ ਲਿਖਿਆ ਹੋਊਗਾ ਉਹ ਕਿਹਦੇ ਵਿੱਚ ਦਿਖਦਾ ਹੈ, ਉਹ ਨੋਟ ਪੇਜ ਵਿਊ ਦੇ ਵਿੱਚ ਦਿਖਦਾ। ਸਲਾਈਡ ਸ਼ੋਟਰ ਵਿਊ ਚੇਂਜ ਕਰਦਾ ਹੈ ਕਸਟਮ ਸਲਾਈਡ ਸ਼ੋ,
ਵੀ ਸਲਾਈਡ ਸ਼ੋ ਕਿਸ ਤਰੀਕੇ ਦਾ ਹੋਣਾ ਚਾਹੀਦਾ ਹੈ, ਕਿਹਦੇ ਵਿੱਚ ਆਪਾਂ ਚੇਂਜ ਕਰਦੇ ਆ ਸਲਾਈਡ ਸ਼ੋ ਆਰਡਰ ਚੇਂਜ ਕਿਹਦੇ ਵਿੱਚ ਕਰਦੇ ਆ ਆਪਾਂ ਕਸਟਮ ਸਲਾਈਡ ਸ਼ੋ ਦੇ ਵਿੱਚ। ਠੀਕ ਹੈ ਜੀ। ਉਹ ਤੋਂ ਬਾਅਦ ਆਪਣੇ ਕੋਲੇ ਕੀ ਆਉਂਦਾ ਹੈ, ਉਹੀ ਚੀਜ਼ ਜਿਹੜੀ ਆਪਾਂ ਨੇ ਪਹਿਲਾਂ ਕੀਤੀ ਸੀ ਸੁਟੇਬਲ, ਆਪਾਂ ਨੇ ਐਮਐਸ ਵਰਡ ਦੇ ਵਿੱਚ ਵੀ ਕੀਤੀ ਸੀ ਸੁਟੇਬਲ ਫॉर ਟਾਈਟਲ ਤੇ ਹੈਡਿੰਗ, ਜਿਹੜੇ ਆ ਉੱਪਰ ਹੁੰਦੇ ਨੇ ਜਿਵੇਂ ਆਹ ਹੈ ਇਹ ਟਾਈਟਲ ਤੇ ਹੈਡਿੰਗ ਹੈ, ਇਹਦੇ ਲਈ ਆਪਾਂ ਸੈਂਸ ਸੈਰਿਫ ਫੌਂਟ ਯੂਜ਼ ਕਰਦੇ ਆ ਤੇ ਲਾਰਜ ਅਮਾਉਂਟ ਦਾ ਜਿਹੜਾ ਵਿਚਲਾ ਡਾਟਾ ਹੁੰਦਾ ਉਹਦੇ ਲਈ ਸੈਰਿਫ ਫੌਂਟ ਯੂਜ਼ ਕਰਦੇ ਆ। ਠੀਕ ਆ। ਫਾਈਲ ਐਕਸਟੈਂਸ਼ਨ ਕੀ ਹੈ ਪੀਪੀਟੀ, ਪੀਪੀਐਮ ਤੇ ਪੀਪੀਟੀਐਕਸ। ਜੇ ਮੈਂ ਗੱਲ ਕਰਾਂ ਪੀਪੀਟੀ ਕਦੋਂ ਯੂਜ਼ ਹੁੰਦੀ ਸੀਗੀ 2003 ਤੇ, ਪੀਪੀਟੀ 2007 ਤੇ 2019 ਹੁਣ ਤੱਕ। ਪੀਪੀਟੀ ਐਮ ਕਦੋਂ ਯੂਜ਼ ਹੁੰਦੀ ਹੈ ਜਦੋਂ ਆਪਾਂ ਮੈਕਰੋਜ਼ ਯੂਜ਼ ਕਰ ਰਹੇ ਹਾਂ ਤਾਂ ਪੀਪੀਟੀ ਐਮ ਯੂਜ਼ ਹੁੰਦੀ ਹੈ। ਚੇਂਜ ਕੇਸ ਆਪਾਂ ਕਰ ਚੁੱਕੇ ਸ਼ਿਫਟ ਪਲੱਸ F3 ਨਾਲ ਆਪਾਂ ਐਮਐਸ ਵਰਡ ਦੇ ਵਿੱਚ ਕਰ ਚੁੱਕੇ ਕਿ ਸ਼ਿਫਟ ਪਲੱਸ F3 ਨਾਲ ਕੇਸ ਚੇਂਜ ਹੁੰਦਾ, ਜਿਵੇਂ ਸੈਂਟੈਂਸ ਕੇਸ, ਲੋਅਰ ਕੇਸ, ਅਪਰ ਕੇਸ, ਕੈਪੀਟਲ, ਈਚ ਵਰਡ ਕੇਸ ਤੇ ਟੌਗਲ ਕੇਸ। ਇਹਦੀ ਐਗਜ਼ਾਮਪਲ ਵੀ ਇੱਥੇ ਹੀ ਦੇ ਰੱਖੀਆਂ ਨੇ। ਠੀਕ ਹੈ ਜੀ, ਇਹਨੂੰ ਇੱਕ ਵਾਰ ਧਿਆਨ ਨਾਲ ਦੇਖ ਲਓ। ਇੰਡੀਵਿਜੂਅਲ ਪੇਜ ਨੂੰ ਆਪਾਂ ਕੀ ਕਹਿੰਦੇ ਆ ਇੱਥੇ ਸਲਾਈਡ ਕਹਿੰਦੇ, ਜਿਵੇਂ ਪਹਿਲਾਂ ਆਪਾਂ ਡਾਕੂਮੈਂਟ ਕਹਿੰਦੇ ਸੀ, ਸੌਰੀ ਆਪਾਂ ਪੇਜ ਕਹਿੰਦੇ ਸੀ, ਇਹਨੂੰ ਕੀ ਕਹਿੰਦੇ ਆਪਾਂ ਸਲਾਈਡ ਕਹਿੰਦੇ ਆ। ਡੁਪਲੀਕੇਟ ਬਣਾਉਣ ਲਈ ਕੰਟਰੋਲ ਪਲੱਸ ਡੀ ਕਰਦੇ ਆ। ਕ੍ਰੀਏਟ ਬਲੈਂਕ ਸਲਾਈਡ ਦੀ ਆਪਾਂ ਕੰਟਰੋਲ ਪਲੱਸ ਐਨ ਕਰਦੇ ਆ। ਆਹ ਸੀ ਜੀ ਆ ਸੈਰਿਫ ਹੁੰਦੇ ਨੇ, ਆਹ ਸੈਂਸ ਸੈਰਿਫ ਹੁੰਦੇ ਨੇ। ਠੀਕ ਹੈ ਜੀ। ਡਾਟਡ ਬਾਕਸ ਇਜ਼ ਨੋਨ ਐਜ਼ ਪਲੇਸ ਹੋਲਡਰ, ਜਿਹੜੀ ਆਪਣੇ ਕੋਲੇ ਆ ਜਿਵੇਂ ਆਹ ਸਕਰੀਨ ਆ ਸਾਰੀ ਦੀ ਸਾਰੀ, ਇਹਨੂੰ ਆਪਾਂ ਕੀ ਕਹਿੰਦੇ ਆ ਪਲੇਸ ਹੋਲਡਰ ਕਹਿ ਦਿੰਦੇ ਆ। ਫਸਟ ਸਲਾਈਡ ਨੂੰ ਕੀ ਕਹਿੰਦੇ ਨੇ ਜੀ ਟਾਈਟਲ ਸਲਾਈਡ ਕਹਿੰਦੇ ਨੇ। ਸੋਰਟਿੰਗ ਮੀਨਿੰਗ ਇਨ ਪਾਵਰ ਪੁਆਇੰਟ, ਪਾਵਰ ਪੁਆਇੰਟ ਦੇ ਵਿੱਚ ਸੋਰਟਿੰਗ ਦਾ ਮਤਲਬ ਕੀ ਹੈ ਕਿ ਫਿਜ਼ੀਕਲੀ ਅਰੇਂਜਮੈਂਟ ਆਫ ਦਾ ਡਾਟਾ, ਮਤਲਬ ਕੀ ਹੈ ਜਿਵੇਂ ਆਪਣੇ ਕੋਲੇ 4 ਸਲਾਈਡਾਂ ਨੇ ਤਾਂ ਇਹਨੂੰ ਇੱਧਰ ਲੈ ਕੇ ਜਾਣਾ, ਇਹਨੂੰ ਇੱਧਰ ਲੈ ਕੇ ਆਣਾ, ਇਹਨੂੰ ਆਪਾਂ ਕੀ ਕਹਿੰਦੇ ਆ ਸੋਰਟਿੰਗ ਕਹਿ ਦਿੰਦੇ ਆ। ਠੀਕ ਹੈ ਜੀ। ਸਪੈਸ਼ਲ ਇਫੈਕਟ ਯੂਜ਼ ਦ ਇੰਟਰੋਡਿਊਸ ਸਲਾਈਡਸ ਇਨ ਦ ਪ੍ਰੈਜੈਂਟੇਸ਼ਨ, ਤਾਂ ਉਹਨੂੰ ਕੀ ਕਹਿੰਦੇ ਨੇ ਟ੍ਰਾਂਜੀਸ਼ਨ, ਇੱਕ ਸਲਾਈਡ ਤੋਂ ਦੂਜੀ ਸਲਾਈਡ ਦੇ ਵਿੱਚ ਜਾਣਾ ਟ੍ਰਾਂਜੀਸ਼ਨ ਕਹਿਲਾਉਂਦਾ ਹੈ। ਰੈਡੀਮੇਡ ਸਟਾਈਲ ਟੈਂਪਲੇਟ ਹੁੰਦਾ, ਆਪਾਂ ਕਰ ਚੁੱਕੇ ਕਿ ਜੋ ਚੀਜ਼ ਪਹਿਲਾਂ ਹੀ ਬਣੀ ਬਣਾਈ ਹੋਵੇ ਉਹਦੇ ਉੱਤੇ ਆਪਣੀ ਕਰਾਮਾਤ ਕਰਨੀ ਉਹਨੂੰ ਆਪਾਂ ਟੈਂਪਲੇਟ ਕਹਿੰਦੇ ਆ। ਲਾਸਟ ਸਲਾਈਡ ਕਿਹੜੀ ਹੁੰਦੀ ਹੈ ਬਲੈਕ ਹੁੰਦੀ ਹੈ, ਸੌਰੀ। ਠੀਕ ਹੈ ਜੀ, ਲਾਸਟ ਸਲਾਈਡ ਬਲੈਕ ਹੁੰਦੀ ਹੈ। ਐਂਟਰ ਦਾ ਫਸਟ ਸਲਾਈਡ ਦੀ ਆਪਾਂ 1 ਪਲੱਸ ਐਂਟਰ ਵੀ ਕਰ ਸਕਦੇ ਹਾਂ। ਜਦੋਂ ਆਪਾਂ 1 ਪਲੱਸ ਐਂਟਰ ਕਰਾਂਗੇ ਤਾਂ ਆਪਾਂ ਫਸਟ ਸਲਾਈਡ ਦੇ ਉੱਤੇ ਚਲੇ ਜਾਵਾਂਗੇ। ਡਿਫਾਲਟ ਪਾਵਰ ਪੁਆਇੰਟ ਸਟੈਂਡਰਡ ਕੀ ਹੁੰਦਾ ਟਾਈਟਲ ਸਲਾਈਡ। ਠੀਕ ਹੈ, ਜਦੋਂ ਸਭ ਤੋਂ ਪਹਿਲਾਂ ਆਪਣੇ ਕੋਲ ਆਉਂਦੀ ਹੈ ਤਾਂ ਆਪਣੇ ਕੋਲ ਟਾਈਟਲ ਸਲਾਈਡ ਆਉਂਦੀ ਹੈ, ਉਹ ਤੋਂ ਬਾਅਦ ਆਪਾਂ ਬਾਕੀ ਸਲਾਈਡਾਂ ਉੱਤੇ ਕੰਮ ਕਰਦੇ ਹਾਂ। ਠੀਕ ਹੈ ਜੀ। ਸੋ ਇਹ ਸੀ ਆਪਣਾ ਅੱਜ ਦਾ ਲੈਕਚਰ। ਇਹਦੇ ਵਿੱਚ ਬਹੁਤ ਸਾਰੀਆਂ ਸ਼ਾਰਟਕਟ ਕੀਜ਼ ਆਪਣੇ ਕੋਲੇ ਐਮਐਸ ਵਰਡ ਦੇ ਨਾਲ ਹੀ ਮਿਲਦੀਆਂ ਨੇ। ਸੋ ਮੈਂ ਉਮੀਦ ਕਰਦਾ ਕਿ ਲੈਕਚਰ ਤੁਹਾਨੂੰ ਪਸੰਦ ਆਇਆ ਹੋਊਗਾ। ਠੀਕ ਹੈ, ਥੋੜੀ ਜਿਹੀ ਗਰਮੀ ਹੈ ਤਾਂ ਮੈਂ ਬਾਰ-ਬਾਰ ਪਸੀਨਾ ਸਾਫ਼ ਕੀਤਾ ਹੋਊਗਾ, ਸੋ ਉਹਨੂੰ ਚੱਜ ਨਾ ਕਰਿਓ। ਠੀਕ ਹੈ, ਇਹਦੇ ਵਿੱਚ ਬਹੁਤ ਹੀ ਇੰਪੋਰਟੈਂਟ ਕੁਐਸਚਨ ਸੀਗੇ ਜਿਹੜੇ ਤੁਹਾਡੇ ਹੈਲਪ ਕਰਨਗੇ ਪੇਪਰ ਦੇ ਵਿੱਚ। ਠੀਕ ਹੈ, ਚਾਹੇ ਉਹਨੂੰ ਰੱਟਾ ਮਾਰੋ, ਲਿਖ ਕੇ ਕਰੋ, ਜਿਵੇਂ ਮਰਜ਼ੀ ਕਰੋ, ਬਸ ਇਹਨੂੰ ਯਾਦ ਕਰਨਾ ਤੁਹਾਡੇ ਸਾਰਿਆਂ ਨੇ। ਠੀਕ ਹੈ, ਥੈਂਕ ਯੂ ਵੈਰੀ ਮੱਚ।